ਜੀ ਤੇਂਦਰੀ ਸੋ ਗਾਉਂਦਾ ਪੰਜਾਬ ਵੇਖਣ ਦੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੰਡੀਗੜ੍ਹ ਦੇ ਸਟੂਡੀਓ ਵਿੱਚ ਇੱਕ ਵਾਰੀ ਫੇਰ ਪੰਜਾਬੀ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕਿਆ। ਸੋ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। पंजाब प्रदेश कांग्रेस के प्रधान नवजोत सिंह सिद्धू पहुंचे करतारपुर कॉरिडोर डेरा बाबा नानक। ਮੋਗਾ ਪੁਲਿਸ ਨੇ ਵਾਹਨ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਚੋਰੀ ਦੇ 10 ਮੋਟਰਸਾਈਕਲ ਕੀਤੇ ਬਰਾਮਦ। ਤੇਲ ਨਾਲ ਭਰੇ ਟੈਂਕਰ ਅਤੇ ਕਾਰ ਦੀ ਜ਼ਬਰਦਸਤ ਟੱਕਰ ਵਿੱਚ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ, 2 ਦੀ ਹਾਲਤ ਗੰਭੀਰ, ਜ਼ਖਮੀਆਂ ਵਿੱਚ ਇੱਕ ਔਰਤ ਵੀ ਸ਼ਾਮਿਲ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸਰਪੰਚ ਬੱਬੂ ਮਾੜੀ ਮੇਗਾ ਦੇ ਭਰਾ ਨੇ ਆਪਣੇ ਆਪ ਨੂੰ ਅਤੇ ਆਪਣੀ ਪਤਨੀ ਨੂੰ ਮਾਰੀ ਗੋਲੀ। ਜੈਮਲ ਸਿੰਘ ਮਾੜੀ ਮੇਗਾ ਦੀ ਹੋਈ ਮੌਤ, ਪਤਨੀ ਸੀਰੀਅਸ। ਅੰਮ੍ਰਿਤਸਰ ਵਿੱਚ ਰੇਲ ਗੱਡੀ 'ਚ 1 ਮਹੀਨੇ ਦੀ ਬੱਚੀ ਸੁੱਟ ਕੇ ਹੋਇਆ ਅਗਿਆਤ ਸ਼ਖਸ ਫਰਾਰ। ਅਤੇ ਨਹੀਂ ਮਿਲ ਰਹੀ ਕਿਸਾਨਾਂ ਨੂੰ ਖਾਦ, ਕੇਂਦਰਾਂ ਸਾਹਮਣੇ ਲੱਗੀਆਂ ਲੰਬੀਆਂ ਕਤਾਰਾਂ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਨਵਾਂ ਸ਼ਹਿਰ ਦੇ ਸੀਆਈਏ ਸਟਾਫ ਵਿੱਚ ਉਸ ਸਮੇਂ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਧਮਾਕਾ ਹੋ ਗਿਆ। ਸਟਾਫ ਮੁਤਾਬਿਕ ਇਹ ਧਮਾਕਾ ਕਿਵੇਂ ਹੋਇਆ ਇਸ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ, ਪਰ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਧਮਾਕੇ ਪਿੱਛੇ ਕਿਸੇ ਅੱਤਵਾਦੀ ਸੰਗਠਨ ਦਾ ਹੱਥ ਹੋ ਸਕਦਾ ਹੈ। ਦੱਸਣਯੋਗ ਹੈ ਕਿ ਇਹ ਘਟਨਾ ਦੇਰ ਰਾਤ ਦੀ ਹੈ, ਪਰ ਹਾਲੇ ਤੱਕ ਵੀ ਜਾਂਚ ਚੱਲ ਰਹੀ ਹੈ। ਅੱਜ ਸ਼ਾਮ ਥਾਣਾ ਨਵਾਂ ਸ਼ਹਿਰ ਅਧੀਨ ਆਉਂਦੇ ਪਿੰਡ ਮਾਹਲ ਖੁਰਦ ਮੇਨ ਰੋਡ ਤੇ ਕਾਰ ਅਤੇ ਤੇਲ ਨਾਲ ਭਰੇ ਕੈਂਟਰ ਦੀ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਜਾਂਚ ਅਧਿਕਾਰੀ ਏਐਸਆਈ ਬਲਿਹਾਰ ਸਿੰਘ ਨੇ ਦੱਸਿਆ ਕਿ ਔੜ ਤੋਂ ਰਾਹੋਂ ਰੋਡ ਤੇ ਮਾਹਲ ਖੁਰਦ ਵਿਖੇ ਜੋ ਟੱਕਰ ਹੋਈ ਉਸ ਵਿੱਚ ਜ਼ਖਮੀ ਵਿਅਕਤੀਆਂ ਨੂੰ ਰਾਹੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੇਸ਼ ਹੈ ਸਾਡੇ ਪੱਤਰਕਾਰ ਜਤਿੰਦਰ ਕਲੇਰ ਦੀ ਇਹ ਰਿਪੋਰਟ। ਇੱਕ ਤੇਲ ਦਾ ਭਰਿਆ ਹੋਇਆ ਕੈਂਟਰ ਪੈਟਰੋਲੀਅਮ ਜਿਹੜਾ ਸੀਗਾ ਉਹ ਔਰ ਸਾਈਡ ਤੋਂ ਇੱਧਰ ਨੂੰ ਆ ਰਿਹਾ ਸੀਗਾ ਰਾਹੋਂ ਸਾਈਡ ਨੂੰ, ਅਤੇ ਇੱਥੇ ਮਾਲ ਖੁਰਦ ਪਿੰਡ ਦੇ ਕੋਲ ਉੱਧਰੋਂ ਦੂਜੀ ਸਾਈਡ ਤੋਂ ਗੱਡੀ ਆ ਰਹੀ ਸੀ DL4C AZ 5841 ਉਮੀਦ। ਇਸ ਨਾਲ ਆਪਸ ਵਿੱਚ ਟੱਕਰ ਹੋਈ ਆ। ਜਿਹੜੀ ਜ਼ਖਮੀ ਸੀ ਉਹਨਾਂ ਨੂੰ ਸੈਣੀ ਹਸਪਤਾਲ ਰਾਹੋਂ ਪਹੁੰਚਾ ਦਿੱਤਾ ਗਿਆ। ਬਾਕੀ ਕਾਰਵਾਈ ਸਾਰੀ ਕਰ ਪਿੰਡ ਦਾ ਬਚਾਅ ਜੇਜੋ ਤੋਂ ਰਿਹਾ। ਤੁਹਾਡਾ ਨਾਮ ਕੀ ਹੈ? ਵਿਪੁਲ ਜੈਨ। ਵਿਪੁਲ ਜੈਨ। ਕਿਹੜੀ ਜਗ੍ਹਾ ਜਾ ਰਹੇ ਸੀ? ਜਾ ਰਹੇ ਸੀ ਲੁਧਿਆਣੇ। ਅੱਛਾ, ਕਿੰਨੀਆਂ ਸਵਾਰੀਆਂ ਸੀ ਇਹਦੇ ਵਿੱਚ? 3 ਸਵਾਰੀਆਂ। ਮੇਰੇ ਮਦਰ ਫਾਦਰ ਨੂੰ ਲੱਗੀ ਸੱਟ ਔਰ ਮੈਂ ਡਰਾਈਵਰ ਗੱਡੀ ਚਲਾ ਰਿਹਾ। ਆ ਜਿਹੜਾ ਟਰੱਕ ਹੈ ਇਹ ਕਿੱਧਰੋਂ ਜਾ ਰਿਹਾ ਸੀ? ਇਹ ਇਧਰੋਂ ਆ ਰਿਹਾ ਸੀ, ਮੈਂ ਉਧਰੋਂ ਆ ਰਿਹਾ ਸੀ। ਮਤਲਬ ਇਹ ਜਾ ਰਿਹਾ ਸੀਗਾ ਨਵੇਂ ਸ਼ਹਿਰ ਸਾਈਡ ਨੂੰ, ਤੁਸੀਂ ਇੱਧਰ ਮੈਂ ਲੁਧਿਆਣਾ ਲੁਧਿਆਣੇ ਜਾ ਰਿਹਾ ਸੀ। ਇਹ ਹਿੱਟ ਕੀਤੀ ਤੇ ਲੱਗੀ ਗੱਡੀ ਅੱਗੇ, ਮੇਰੀ ਗੱਡੀ ਸਾਰੀ ਡੈਮੇਜ ਹੋ ਗਈ ਅੱਗੇ। ਫਲੋਰ ਵੱਲੋਂ ਰਾਉਂ ਸਾਈਡ ਨੂੰ ਜਾ ਰਿਹਾ ਹੈਗਾ। ਖਾਲੀ ਰੋਡ ਸੀ ਯਾਰ, ਕੋਈ ਓਵਰਟੇਕ ਨਹੀਂ, ਕੋਈ ਵੀ ਨਹੀਂ, ਉਹ ਵੀ ਨਹੀਂ ਕਰਦਾ ਸੀ, ਮੈਂ ਵੀ ਨਹੀਂ ਕਰਦਾ ਸਰ। ਮੈਂ ਸਿੱਧਾ ਜਾ ਰਿਹਾ ਤੇ ਪਤਾ ਲੱਗਾ ਮੈਨੂੰ ਅਚਾਨਕ ਸਰ ਗੱਡੀ ਉਹਦੀ ਡਰਾਈਵਰ ਸਾਈਡ ਨੂੰ ਮੇਰੀ ਸਾਈਡ ਨੂੰ ਆ ਰਹੀ ਆ ਤੇ ਮੈਂ ਸਰ ਬਚਾਅ ਕਰਨ ਲਈ ਗੱਡੀ ਆਪਣੀ ਸਾਈਡ ਤੇ ਕੱਚੇ ਲਾਈ। ਸਰ ਗੱਡੀ ਦੇਖ ਸਕਦੇ ਮੇਰੀ ਕਿੱਥੇ ਖੜੀ ਆ ਇਸ ਟਾਈਮ। ਮੈਂ ਪੂਰਾ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਸਰ, ਪਰ ਉਹ ਗੱਡੀ ਯਕਦਮ ਸਰ ਜਾਣੀ ਕਹਿਣ ਦਾ ਮਤਲਬ ਜਿੱਦਾਂ ਨੀਂਦ ਆ ਗਈ, ਜੈਸੇ ਨੀਂਦ ਆ ਗਈ ਇੱਦਾਂ ਹੁੰਦਾ ਯਾਰ, ਯਕਦਮ ਮੇਰੇ ਨੂੰ ਲਿਆ ਦਿੱਤੀ ਪੂਰੀ ਗੱਡੀ। ਲੰਬਾ ਸਮਾਂ ਅਕਾਲੀ ਦਲ ਵਿੱਚ ਰਹਿਣ ਤੋਂ ਬਾਅਦ ਕੁਝ ਨਾਰਾਜ਼ਗੀਆਂ ਹੋਣ ਕਰਕੇ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਅਮਰਜੀਤ ਸਿੰਘ ਭਾਟੀਆ ਦੀ ਹੁਣ ਦੁਬਾਰਾ ਤੋਂ ਅਕਾਲੀ ਦਲ ਵਿੱਚ ਘਰ ਵਾਪਸੀ ਹੋ ਗਈ ਹੈ ਅਤੇ ਇਸ ਦੌਰਾਨ ਸਾਬਕਾ ਮੰਤਰੀ ਬਿਕਰਮਜੀਤ ਮਜੀਠੀਆ ਨੇ ਖੁਦ ਅਮਰਜੀਤ ਸਿੰਘ ਭਾਟੀਆ ਦੀ ਘਰ ਵਾਪਸੀ ਕਰਵਾਈ ਅਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਕਿੱਤੇ ਵਿੱਚ ਸਭ ਤੋਂ ਸਸਤਾ ਹੋਣ ਦੇ ਦਾਅਵੇ ਕਰਦੇ ਝੂਠੇ ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਖਰਚ ਕੇ ਝੂਠ ਬੋਲਣ ਅਤੇ ਧੋਖਾ ਦੇਣ ਦਾ ਦੋਸ਼ ਵੀ ਲਗਾਇਆ ਹੈ। ਪੰਜਾਬ ਸਰਕਾਰ ਵੱਲੋਂ ਕਾਲਜਾਂ ਵਿੱਚ ਪ੍ਰੋਫੈਸਰਾਂ ਦੀਆਂ ਕੱਢੀਆਂ ਅਸਾਮੀਆਂ ਦੇ ਵਿਰੋਧ ਵਿੱਚ ਰੂਪਨਗਰ ਦੇ ਵਿੱਚ ਗੈਸਟ ਫੈਕਲਟੀ ਪ੍ਰੋਫੈਸਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰੋਫੈਸਰਾਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੇ ਵਿਦਿਆਰਥੀ ਵੀ ਸ਼ਾਮਿਲ ਹੋਏ। ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਪ੍ਰੋਫੈਸਰਾਂ ਨੇ ਸਰਕਾਰ ਤੇ ਵਰਦੇ ਹੋਏ ਕਿਹਾ ਕਿ ਉਹਨਾਂ ਨੂੰ ਕਈ ਸਾਲ ਹੋ ਗਏ ਕਾਲਜਾਂ ਦੇ ਵਿੱਚ ਘੱਟ ਤਨਖਾਹਾਂ ਤੇ ਕੰਮ ਕਰਦਿਆਂ, ਪਰੰਤੂ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੱਕੇ ਕਰਨ ਦੀ ਬਜਾਏ ਨਵੀਆਂ ਪੋਸਟਾਂ ਕੱਢ ਦਿੱਤੀਆਂ। ਰੋਸ ਪ੍ਰਦਰਸ਼ਨ ਕਰ ਰਹੇ ਪ੍ਰੋਫੈਸਰਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਿੱਖਾ ਸੰਘਰਸ਼ ਕਰ ਦੇਣਗੇ। ਪ੍ਰੋਟੈਸਟ ਇਹ ਹੈ ਜੀ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾ ਰਹੇ ਜਿੰਨੇ ਵੀ ਅਧਿਆਪਕ ਨੇ ਉਹਨਾਂ ਦਾ 7ਵਾਂ ਪੇ ਕਮਿਸ਼ਨ ਜੋ ਹੈ ਉਹ 2016 ਤੋਂ ਡਿਊ ਹੈ। ਲਗਾਤਾਰ ਮੰਗ ਕਰਦੇ ਸੀਗੇ ਪੰਜਾਬ ਸਰਕਾਰ ਤੋਂ। ਪੰਜਾਬ ਸਰਕਾਰ ਨੇ ਲਾਰੇ ਲਾਏ ਸੀਗੇ ਕਿ ਜਦੋਂ ਬਾਕੀ ਮੁਲਾਜ਼ਮਾਂ ਨੂੰ 6ਵਾਂ ਪੇ ਕਮਿਸ਼ਨ ਅਸੀਂ ਲਾਗੂ ਕਰਾਂਗੇ ਉਸ ਵੇਲੇ ਤੁਹਾਡੇ ਨਾਲ 7ਵਾਂ ਪੇ ਕਮਿਸ਼ਨ ਲਾਗੂ ਹੋ ਜਾਊਗਾ। ਲੇਕਿਨ ਉਹ ਲਾਰੇ ਜਿਹੜੇ ਨੇ ਅਜੇ ਵੀ ਜਿਉਂਦੇ ਤਿਉਂ ਬਰਕਰਾਰ ਨੇ। ਅਜੇ ਤੱਕ ਕੋਈ ਵੀ ਕਦਮ ਪੰਜਾਬ ਸਰਕਾਰ ਨੇ ਨਹੀਂ ਪੁੱਟਿਆ।
ਨਾਲ ਦੀ ਨਾਲ ਇੱਕ ਹੋਰ ਬਹੁਤ ਹੀ ਬੁਰਾ ਕਦਮ ਜਿਹੜਾ ਹੈ ਡੀਲਿੰਕਿੰਗ ਦਾ, ਕਿ ਜੋ ਨਵੀਂ ਭਰਤੀ ਹੋ ਰਹੀ ਹੈ ਅਧਿਆਪਕਾਂ ਦੀ, ਅਸਿਸਟੈਂਟ ਪ੍ਰੋਫੈਸਰਾਂ ਦੀ ਤੇ ਪ੍ਰਿੰਸੀਪਲਾਂ ਦੀ, ਉਹ ਇਹਨਾਂ ਨੇ UGC ਦੇ ਸਕੇਲਾਂ ਤੋਂ ਵੱਖ ਕਰਤਾ, ਡੀਲਿੰਕ ਕਰਤਾ ਹੈਗਾ। ਤਾਂ ਇਹ ਦੋ ਮੇਨ ਮੁੱਦੇ ਨੇ ਜਿਨ੍ਹਾਂ ਕਰਕੇ ਅੱਜ ਅਸੀਂ ਇੱਥੇ ਕੈਂਪਸ ਦੇ ਵਿੱਚ ਧਰਨਾ ਦੇ ਰਹੇ ਹਾਂ। ਤੇ ਲਗਭਗ ਸਾਰੇ ਪੰਜਾਬ ਦੇ ਵਿੱਚ ਸਰਕਾਰੀ ਕਾਲਜ, ਗੈਰ ਸਰਕਾਰੀ ਕਾਲਜ ਤੇ ਸਹਾਇਤਾ ਪ੍ਰਾਪਤ ਸਰਕਾਰੀ ਕਾਲਜ, ਜਿਹੜੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਨੇ, ਉਹ ਸਾਰੇ ਹੀ ਅੱਜ ਦਾ ਕੈਂਪਸ ਧਰਨਾ ਦੇ ਰਹੇ ਨੇ ਸਾਰੇ ਆਲ ਓਵਰ ਪੰਜਾਬ ਦੇ। ਦਰਅਸਲ ਗੱਲ ਇਹ ਹੈ ਕਿ ਸਾਡੀਆਂ ਸਰਕਾਰਾਂ ਨੇ ਸਿੱਖਿਆ ਤੇ ਸਿਹਤ ਜਿਹੜੇ ਦੋ ਬੁਨਿਆਦੀ ਮੁੱਦੇ ਨੇ ਉਹਨਾਂ ਤੋਂ ਅੱਖਾਂ ਮੀਚ ਲੀਆਂ ਨੇ। ਇਹਦੇ ਵਿੱਚ ਚਾਹੇ ਅਸੀਂ ਪ੍ਰਾਇਮਰੀ ਸਿੱਖਿਆ ਦੀ ਗੱਲ ਕਰ ਲਈਏ, ਚਾਹੇ ਅਸੀਂ ਸੈਕੰਡਰੀ ਸਿੱਖਿਆ ਦੀ ਗੱਲ ਕਰ ਲਈਏ, ਚਾਹੇ ਅਸੀਂ ਇਹ ਉਚੇਰੀ ਸਿੱਖਿਆ ਦੀ ਗੱਲ ਕਰ ਲਈਏ, ਇਹਦੇ ਵੱਲੋਂ ਲਗਭਗ ਬਿਲਕੁਲ ਅੱਖਾਂ ਫੇਰ ਲੀਆਂ ਗਈਆਂ ਨੇ। ਇਸ ਦੇ ਲਈ ਨਾ ਸਾਰਿਆਂ ਦੇ ਲਈ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਅਸੀਂ ਅੱਜ ਤੱਕ ਕਦੇ ਵੀ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕੋਈ ਵੀ ਕਾਰਵਾਈ ਜਿਹੜੀ ਗਲਤ ਨਹੀਂ ਕੀਤੀ। ਪਰ ਜਦੋਂ ਅਸੀਂ ਇੰਨੇ ਦੇਰ ਦੀਆਂ ਆਪਣੀਆਂ ਮੰਗਾਂ ਜਿਹੜੀਆਂ ਰੱਖੀਆਂ ਹੋਈਆਂ ਨੇ, ਜਾਂ 7ਵੇਂ ਪੇ ਕਮਿਸ਼ਨ ਵਾਲੀ ਰੱਖੀ ਹੋਈ ਹੈ, ਪਰ ਜਦ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ, ਫਿਰ ਅਸੀਂ ਅਖੀਰ ਨੂੰ ਇਹ ਸਟੈਪ ਚੱਕਿਆ ਹੈ ਕਿ ਅਸੀਂ ਅੱਜ ਆਪਣੇ ਕਾਲਜ ਦੇ ਵਿੱਚ ਇਹ 2-3 ਘੰਟੇ ਦਾ ਜਿਹੜਾ ਧਰਨਾ ਹੈ ਉਹ ਸ਼ੁਰੂ ਕੀਤਾ ਹੈ, ਤਾਂ ਕਿ ਸਰਕਾਰ 'ਤੇ ਕੁਝ ਦਬਾਅ ਪੈ ਸਕੇ। ਜੇ ਸਰਕਾਰ ਸਾਡੀਆਂ ਮੰਗਾਂ ਮੰਨੇਗੀ ਤਾਂ ਅਸੀਂ ਸਰਕਾਰ ਦੇ ਨਾਲ ਆ। ਅਸੀਂ ਬੱਚਿਆਂ ਦੇ ਭਵਿੱਖ ਦਾ ਸਾਨੂੰ ਬਹੁਤ ਜ਼ਿਆਦਾ ਫਿਕਰ ਹੈ। ਅਸੀਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹੀ ਇੱਥੇ ਅੱਜ ਬਹੁਤ ਸ਼ਾਰਟ ਜਿਹੜੀ ਕਾਲ 'ਤੇ ਧਰਨਾ ਦਿੱਤਾ ਹੈ। ਤੇ ਸਾਡੀ ਇਹ ਸਰਕਾਰ ਨੂੰ ਬੇਨਤੀ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣ, 7ਵਾਂ ਪੇ ਕਮਿਸ਼ਨ ਹੈ ਜਿਹੜਾ ਲਾਗੂ ਕੀਤਾ ਜਾਵੇ, ਤਾਂ ਕਿ ਅਸੀਂ ਅੱਜ ਦੇ ਮਹਿੰਗਾਈ ਦੇ ਯੁੱਗ ਦੇ ਵਿੱਚ ਆਪਣੀਆਂ ਜਿਹੜੀਆਂ ਲੋੜਾਂ ਉਹ ਪੂਰੀਆਂ ਕਰ ਸਕੀਏ। ਪੰਜਾਬ ਭਰ ਦੇ ਵਿੱਚ ਇੱਥੇ ਵੱਖ-ਵੱਖ ਮੁਲਾਜ਼ਮ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੁਣ ਸਰਕਾਰੀ ਕਾਲਜਾਂ ਦੇ ਪ੍ਰੋਫੈਸਰ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਮੈਦਾਨ ਵਿੱਚ ਉਤਰ ਆਏ ਹਨ। ਇਸ ਦੇ ਚੱਲਦਿਆਂ ਰੂਪਨਗਰ ਦੇ ਸਰਕਾਰੀ ਕਾਲਜ ਦੇ ਪ੍ਰੋਫੈਸਰਾਂ ਦੇ ਵੱਲੋਂ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਫੇਲ ਹੋ ਚੁੱਕੀ ਹੈ। ਤੇ ਇਸ ਮੌਕੇ ਹੋਰ ਕੀ ਕੁਝ ਕਿਹਾ, ਲਓ ਤੁਸੀਂ ਵੀ ਸੁਣੋ। ਹਾਂਜੀ ਮੈਮ, ਕੀ ਨਾਮ ਹੈ, ਕਿਹੜੇ ਕਾਲਜ ਤੋਂ? ਮੇਰਾ ਨਾਮ ਪ੍ਰੋਫੈਸਰ ਰਵਨੀਤ ਕੌਰ ਹੈ, ਮੈਂ ਸਰਕਾਰੀ ਕਾਲਜ ਰੋਪੜ ਤੋਂ ਜੀ। ਹਾਂਜੀ, ਕੀ ਮਸਲਾ ਕੀ ਹੈ, ਤੁਸੀਂ ਪ੍ਰੋਟੈਸਟ ਕਰ ਰਹੇ ਹੋ? ਮਸਲਾ ਇਹ ਤੁਹਾਨੂੰ ਵੀ ਪਤਾ ਹੋਵੇਗਾ, ਨਿਊਜ਼ ਚੈਨਲ 'ਤੇ ਵੀ ਚੱਲ ਰਿਹਾ ਹੈ, ਨਿਊਜ਼ ਪੇਪਰ 'ਚ ਵੀ ਆ ਰਿਹਾ ਕਿ ਸਰਕਾਰ ਨੇ ਪੋਸਟਾਂ ਕੱਢੀਆਂ ਨੇ, ਠੀਕ ਹੈ, ਉਚੇਰੀ ਸਿੱਖਿਆ ਦੇ ਵਿੱਚ ਪ੍ਰੋਫੈਸਰਸ ਦੀਆਂ। ਪਰ ਸਾਡੇ ਪ੍ਰੋਟੈਸਟ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਪੋਸਟਾਂ ਤਾਂ ਕੱਢਤੀਆਂ, ਪਰ ਗੈਸਟ ਫੈਕਲਟੀ ਆ ਜਿਹੜੇ ਉਹਨਾਂ ਨੂੰ ਕਿਸੇ ਪਾਸੇ ਸੇਫ ਨਹੀਂ ਕੀਤਾ। ਅਸੀਂ 906 ਗੈਸਟ ਫੈਕਲਟੀ ਆ ਤੇ ਸਰਕਾਰ ਨੇ ਪੋਸਟਾਂ ਕਰਤੀਆਂ ਕਿ ਭਰਤੀ ਕੀਤੀ ਜਾਊਗੀ। ਸਾਨੂੰ ਉਹ ਜਿਹੜਾ ਵਰਬਲੀ ਤਾਂ ਭਰੋਸਾ ਦੇ ਰਿਹਾ ਕਿ ਤੁਸੀਂ ਗੈਸਟ ਫੈਕਲਟੀ ਕਿਤੇ ਨਹੀਂ ਜਾਓਗੇ, ਤੁਸੀਂ ਸੁਰੱਖਿਅਤ ਹੋ, ਪਰ ਰਿਟਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਨੋਟੀਫਿਕੇਸ਼ਨ ਉਹਨਾਂ ਨੇ ਹਾਲੇ ਤੱਕ ਨਹੀਂ ਕੀਤੀ। ਮਤਲਬ ਇਹ ਹੈ ਕਹਿਣ ਦਾ ਸਿੱਧਾ ਜਿਹਾ ਕਿ ਅਸੀਂ ਕਿਸੇ ਵੀ ਪਾਸੇ ਤੋਂ ਸੁਰੱਖਿਅਤ ਨਹੀਂ ਹਾਂ। ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ, ਆਪਣੀ ਨੌਕਰੀ ਨੂੰ ਸੁਰੱਖਿਅਤ ਰੱਖਣ ਲਈ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਨਹੀਂ, ਜਿਹੜੀਆਂ ਪੋਸਟਾਂ ਕੱਢੀਆਂ, ਕੀ ਤੁਸੀਂ ਉਹਦੇ 'ਚ ਅਪਲਾਈ ਨਹੀਂ ਕਰ ਸਕਦੇ? ਕੀ ਗੱਲ ਅਪਲਾਈ ਕਰਨ ਦੀ ਨਹੀਂ ਹੈ, ਗੱਲ ਇਹ ਹੈ ਕਿ ਜਿਹੜੇ ਗੈਸਟ ਫੈਕਲਟੀ ਨੇ 22 ਸਾਲਾਂ ਤੋਂ 25 ਸਾਲਾਂ ਤੋਂ ਪੜ੍ਹਾਇਆ ਹੈ, ਈਵਨ ਦੋ ਸਾਡੇ ਬਹੁਤ ਸਾਰੇ ਗੈਸਟ ਫੈਕਲਟੀ ਪ੍ਰੋਫੈਸਰ ਰਿਟਾਇਰ ਹੋ ਚੁੱਕੇ ਨੇ, ਕਿਸੇ ਤਰ੍ਹਾਂ ਦਾ ਉਹਨਾਂ ਨੂੰ ਬੈਨੀਫਿਟ ਨਹੀਂ ਮਿਲਿਆ, ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਪ੍ਰੋਟੈਕਸ਼ਨ ਨਹੀਂ ਮਿਲੀ, ਰਿਟਾਇਰ ਹੋ ਗਏ। ਜਦੋਂ ਤੋਂ ਅਸੀਂ ਕਾਲਜ ਨੂੰ ਸੰਭਿਆ ਹੋਇਆ, ਉਸ ਟਾਈਮ ਤੋਂ ਜਦੋਂ ਕੋਈ ਵੀ ਕਾਲਜਾਂ ਵੱਲ ਮੂੰਹ ਨਹੀਂ ਸੀ ਕਰਦਾ, 3-3 ਹਜ਼ਾਰ ਰੁਪਏ 'ਚ ਅਸੀਂ ਕਾਲਜ ਜਿਹੜੇ ਚਲਾਏ ਆ ਤਨਖਾਹ ਦੇ ਵਿੱਚ, ਉਦੋਂ ਅਸੀਂ ਐਲੀਜੀਬਲ ਸੀ, ਉਦੋਂ ਅਸੀਂ ਕੰਮ ਵੀ ਕਰਦੇ ਸੀ। ਜਦੋਂ ਅਸੀਂ ਸਰਕਾਰ ਦੇ ਕੰਮ ਕਰਦੇ ਹਾਂ, ਉਦੋਂ ਅਸੀਂ ਹਰ ਪਾਸੇ ਤੋਂ ਐਲੀਜੀਬਲ ਹੁੰਦੇ ਹਾਂ। ਕੋਈ ਸਰਕਾਰੀ ਜਿਹੜੀ ਹੈ ਤੁਸੀਂ ਡਿਊਟੀ ਨਿਭਾ ਰਹੇ ਹੋ, ਇਲੈਕਸ਼ਨ ਡਿਊਟੀ ਹੋ ਗਈ, NCC ਨੂੰ ਸਾਂਭਣਾ, NSS ਨੂੰ ਸਾਂਭਣਾ ਹੋ ਗਿਆ, ਐਗਜ਼ਾਮੀਨੇਸ਼ਨ ਡਿਊਟੀਆਂ ਕਰਵਾਉਣਾ ਹੋ ਗਿਆ, ਪੇਪਰ ਮਾਰਕਿੰਗ ਹੋ ਗਈ, ਹਰ ਕੰਮ ਵਾਸਤੇ ਅਸੀਂ ਕਰਦੇ ਹਾਂ। ਪਰ ਜਦੋਂ ਅਸੀਂ ਆਪਣੇ ਹੱਕ ਮੰਗੇ ਕਿ ਪਹਿਲਾਂ ਗੈਸਟ ਫੈਕਲਟੀ ਦਾ ਹੱਲ ਕੀਤਾ ਜਾਵੇ, ਸਾਨੂੰ ਪਹਿਲਾਂ ਸੁਰੱਖਿਅਤ ਕੀਤਾ ਜਾਵੇ, ਸਭ ਤੋਂ ਬਾਅਦ ਜਿੰਨੀਆਂ ਖਾਲੀ ਅਸਾਮੀਆਂ ਉਹਨਾਂ ਨੂੰ ਭਰਿਆ ਜਾਵੇ, ਪਰ ਇਸ ਤਰ੍ਹਾਂ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਉਹਦੇ ਵਿੱਚ। ਉਹਦੇ 'ਚ ਇਹ ਕਿਹਾ ਗਿਆ ਹੈ ਕਿ ਗੈਸਟ ਫੈਕਲਟੀ ਤਾਂ ਸੁਰੱਖਿਅਤ ਹੈ, ਉਹਨਾਂ ਨੂੰ ਨਹੀਂ ਕੱਢਾਂਗੇ, ਪਾਰਟ ਟਾਈਮ ਸੁਰੱਖਿਅਤ ਹੈ, ਨਹੀਂ ਕੱਢਾਂਗੇ, ਪਰ ਰਿਟਰਨ 'ਚ ਕਿਉਂ ਨਹੀਂ ਸਾਨੂੰ ਦੇਣ ਲਈ ਤਿਆਰ? ਸਾਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਵੇ। ਅਸੀਂ ਐਡਵਰਟਾਈਜ਼ਮੈਂਟ ਹੋਈ ਸੀ, ਉਹਦੇ ਤੋਂ ਅਸੀਂ ਆਏ ਆ, ਪ੍ਰੋਪਰ ਸਾਡੀ ਇੰਟਰਵਿਊ ਹੋਈ ਆ, ਪੈਨਲ ਬੈਠਿਆ ਸੀਗਾ, ਉਹਦੇ ਵਿੱਚ ਕੈਂਡੀਡੇਟ ਆਏ ਆ, ਪ੍ਰੋਪਰ ਮੈਰਿਟ ਲਿਸਟ ਬਣਨ ਤੋਂ ਬਾਅਦ ਅਸੀਂ ਇਸ ਕਾਲਜ ਦੇ ਵਿੱਚ ਆਏ ਆ। ਇਹ ਨਹੀਂ ਆ ਕਿ ਸਾਨੂੰ ਕਾਲਜ ਦੇ ਵਿੱਚ ਅਸੀਂ ਬਾਹਰ ਤੁਰੇ ਜਾਂਦੇ ਸੀ ਤੇ ਬਾਂਹ ਫੜ ਕੇ ਸਾਨੂੰ ਅੰਦਰ ਬੁਲਾ ਲਿਆ ਕਿ ਤੁਸੀਂ ਆ ਕੇ ਬੱਚਿਆਂ ਨੂੰ ਪੜ੍ਹਾ ਦਿਓ। ਇਹ ਚੀਜ਼ ਨਹੀਂ ਹੈ, ਹਰ ਚੀਜ਼ ਹੋਈ ਆ ਨਿਊਜ਼ਪੇਪਰ 'ਚ ਐਡਵਰਟਾਈਜ਼ਮੈਂਟ ਤੋਂ ਬਾਅਦ, ਅਸੀਂ ਪ੍ਰੋਪਰ ਕ੍ਰਾਈਟੇਰੀਆ ਉਹਨੂੰ ਫੋਲੋ ਕਰਨ ਤੋਂ ਬਾਅਦ ਹੀ ਸਾਨੂੰ ਰੱਖਿਆ ਗਿਆ ਸੀ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਨਹੀਂ ਆਉਣ ਦਿੱਤੀਆਂ ਜਾਣਗੀਆਂ,
ਪਰ ਦੂਜੇ ਪਾਸੇ ਇਹ ਗੱਲ ਝੂਠੀ ਹੁੰਦੀ ਨਜ਼ਰ ਆ ਰਹੀ ਹੈ। ਗੁਰਦਾਸਪੁਰ ਵਿੱਚ ਖਾਦ ਲੈਣ ਲਈ ਕਿਸਾਨ ਇਫਕੋ ਕਿਸਾਨ ਸੇਵਾ ਕੇਂਦਰ ਵਿੱਚ ਖੱਜਲ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਹਨ। ਕਿਸਾਨਾਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਸਵੇਰੇ 5 ਵਜੇ ਤੋਂ ਲਾਈਨਾਂ ਵਿੱਚ ਖੜੇ ਹਨ, ਪਰ ਰਾਜਨੀਤਿਕ ਦਾਖਲ ਕਰਕੇ ਪਹਿਲਾਂ ਲੀਡਰਾਂ ਦੇ ਚਹੇਤਿਆਂ ਨੂੰ ਖਾਦ ਦਿੱਤੀ ਜਾਂਦੀ ਹੈ ਤੇ ਸਾਨੂੰ ਰੋਜ਼ ਆਟੋ ਦਾ ਕਿਰਾਇਆ ਵੀ ਪੈ ਜਾਂਦਾ ਹੈ। ਬਾਹਰੋਂ ਖਾਦ ਬਲੈਕ ਵਿੱਚ 1600 ਰੁਪਏ ਤੱਕ ਮਿਲਦੀ ਹੈ, ਇੱਥੇ 1200 ਰੁਪਏ ਮਿਲਦੀ ਹੈ। ਜਦੋਂ ਇਸ ਸੰਬੰਧੀ ਇਫਕੋ ਕਿਸਾਨ ਸੇਵਾ ਕੇਂਦਰ ਦੇ ਡਿਪਟੀ ਮੈਨੇਜਰ ਰਵਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਸਵਾਲਾਂ ਤੋਂ ਬਚਦੇ ਹੋਏ ਨਜ਼ਰ ਆਏ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆ ਰਹੀ। ਇੱਥੇ ਡਿਪਟੀ ਮੈਨੇਜਰ ਲੱਗਾ ਮੈਂ, ਕੱਲਾ ਮੈਂ ਹੈਗਾ ਇੱਥੇ। ਕੱਲੇ ਉਹਦੇ ਨਾਤੇ ਪੈਸੇ ਵੀ ਲੈਣੇ ਔਰ ਇਹਨਾਂ ਨੂੰ ਡਿਸਟ੍ਰੀਬਿਊਟ ਵੀ ਕਰਨਾ। ਖਾਦ ਦੀ ਕੋਈ ਪ੍ਰੋਬਲਮ ਨਹੀਂ, ਲੇਕਿਨ ਇਮਾਨਦਾਰੀ ਨਾਲ ਲੈ ਕੇ ਚੱਲ ਜਾਣਾ। ਇਹ ਹੁਣ ਇਦਾਂ ਕਿ ਮਾਸਕੋਲ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਖਾਦ? ਅਸੀਂ ਆਰਾਮ ਦੇ ਨਾਲ ਇਹਨਾਂ ਨੂੰ ਕੱਲ੍ਹ ਵੀ ਦਿੱਤੀ, ਅੱਜ ਵੀ ਖਾਦ ਦੇਵਾਂਗੇ। ਮੈਨੂੰ ਪਤਾ ਮਤਲਬ ਕੋਈ ਨਹੀਂ ਹੈਗਾ ਬਾਹਰ ਲੈਣਾ। ਅਸੀਂ 1200 ਰੁਪਏ ਸਾਡਾ ਰੇਟ ਆ, ਕੋਈ ਚੀਜ਼ ਟੈਗ ਨਹੀਂ ਕਰਦੇ। 1200 ਨਾਲ ਖਾਦੇ ਕੇ ਭੇਜਾਂਗੇ ਪਰ ਇਹਨਾਂ ਨੂੰ ਕੋਈ ਕਹਿੰਦਾ ਸਾਡਾ 10 ਵਜੇ ਦਾ ਟਾਈਮ ਹੀ 10 ਵਜੇ ਦਾ ਨਾ, ਇਹ ਤੁਹਾਨੂੰ ਮੱਤੀ ਖੜੇ ਰਹਿਣ 4 ਵਜੇ ਖੜੇ ਰਹਿਣ 4 ਵਜੇ ਇਹਨਾਂ ਨੂੰ ਕਿਸੇ ਬੁਲਾਇਆ ਤਾਂ ਨਹੀਂ। ਖਾਦ ਵੀ ਮਿਲ ਰਹੀ ਜੀ। ਦੇਖੋ ਕਿੰਨੇ ਦਿਨ ਹੋ ਗਿਆ, ਬਹੁਤ ਦਿਨ ਹੋ ਗਿਆ। ਕਣਕ ਦੀ ਬਿਜਾਈ ਲੇਟ ਹੋ ਗਈ ਆ ਤੇ ਮਤਲਬ ਅਸੀਂ ਸਵੇਰ ਦੇ 5:30 ਵਜੇ ਇੱਥੇ ਆਣ ਕੇ ਖੜੇ ਆ। ਮਤਲਬ ਅਜੇ ਤੱਕ ਤੇ ਕੋਈ ਆਸ ਨਹੀਂ ਕਿ ਪਤਾ ਨਹੀਂ ਮਿਲੇਗੀ ਕਿ ਜਾਂ ਨਹੀਂ ਮਿਲੇਗੀ। ਤੇ ਆਹ ਵੇਖ ਲਓ ਤੁਸੀਂ ਕਿੰਨੀ ਦੁਨੀਆ ਖਲੋਤੀ ਹੈ ਤੇ ਬਹੁਤ ਮੁਸ਼ਕਿਲ ਆ ਜ਼ਿਮੀਂਦਾਰਾਂ ਨੂੰ। ਸਾਰੇ ਨਾ ਖੱਜਲ ਖਰਾਬ ਹੋਣ ਡੇ, ਆਪਣਾ ਕੰਮ ਘਰ ਛੱਡ ਕੇ ਸਾਰੇ ਵੇਖ ਲਓ ਇੱਥੇ ਘਰਾਂ ਤੋਂ ਆਣ ਕੇ ਬੈਠੇ। ਪ੍ਰਾਈਵੇਟ ਜਿਹੜੇ ਉਹ ਵੈਸੇ ਉਹ ਬਲੈਕ ਦੇਣ ਡੇ ਆ, ਉਹ 1500-1600 ਰੁਪਈਆ ਲਾਉਣ ਡੇ ਆ। ਤੁਹਾਨੂੰ ਪਤਾ ਹੀ ਹੈ, ਇਹ ਕਰਕੇ ਸਰਕਾਰ ਨੂੰ ਚਾਹੀਦਾ ਕਿ ਜੋ ਵੀ ਕੰਮ ਕਰਨਾ ਆਪਣੇ ਟਾਈਮ ਸਿਰ ਕਰੇ, ਟਾਈਮ ਸਿਰ ਦੁਨੀਆ ਨੂੰ ਖਾਦ ਵੰਡੀ ਜਾਵੇ ਤੇ ਜਾ ਕੇ ਦੁਨੀਆ ਆਪਣੇ ਆਰਾਮ ਨਾਲ ਕਣਕ ਬੀਜਣ। ਅਸੀਂ ਸਵੇਰ ਦੇ ਆਏ 5 ਵਜੇ ਜੀ, 5 ਵਜੇ ਦੇ ਆਏ ਇੱਥੇ ਬੈਠੇ। ਕੱਲ੍ਹ ਦੀ ਪਰਚੀ ਕਟਾਈ, ਕੱਲ੍ਹ ਵੀ ਖਾਲੀ ਗਏ ਤੇ 2 ਟੈਂਪੂ ਲੈ ਕੇ ਆਏ ਖਾਦ ਵਾਸਤੇ। ਕੱਲ੍ਹ ਵੀ ਉਹਦਾ 400-500 ਰੁਪਈਆ ਸਾਨੂੰ ਵੈਸੇ ਦੇਣਾ ਪਿਆ ਕਿਰਾਇਆ। ਅੱਜ ਫੇਰ ਸਾਨੂੰ ਤੇ ਟੈਂਪੂ ਲਿਆਂਦੇ ਆ ਦੁਬਾਰਾ, ਫਿਰ ਉਹ ਵੀ ਦੇਣਾ ਪੈਣਾ ਕਿਰਾਇਆ। ਇਹ ਕਰਕੇ ਸਾਡੀ ਬੇਨਤੀ ਹੈ ਸਰਕਾਰ ਦੇ ਅੱਗੇ, ਜੋ ਵੀ ਟਾਈਮ ਟੇਬਲ ਹੈਗਾ ਉਹ ਟਾਈਮ ਨਾਲ ਖੋਲ੍ਹੋ ਤੇ ਜਿਸ ਤਰ੍ਹਾਂ ਵੀ ਕਿਸੇ ਦਾ ਆਪਣਾ ਮੰਨ ਲਓ ਵੀ ਆਉਂਦਾ ਹੈਗਾ ਵਾ ਨੰਬਰ, ਉਹਨੂੰ ਨੰਬਰ ਸੇ ਖਾਦ ਦਿੱਤੀ ਜਾਵੇ। ਇਹ ਸਾਡੀ ਬੇਨਤੀ ਹੈ ਸਰਕਾਰ ਨੂੰ। ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਰੇਲ ਗੱਡੀ ਵਿੱਚ ਇੱਕ ਮਾਸੂਮ ਬੱਚੀ ਲਾਵਾਰਸ ਹਾਲਤ ਵਿੱਚ ਮਿਲੀ। ਲੋਕਾਂ ਮੁਤਾਬਿਕ ਕੋਈ ਸ਼ਖਸ ਅੰਮ੍ਰਿਤਸਰ ਜੈਨਗਰ ਟ੍ਰੇਨ ਦੇ ਜਨਰਲ ਵਾਰਡ ਵਿੱਚ 1 ਮਹੀਨੇ ਦੀ ਬੱਚੀ ਨੂੰ ਰੋਂਦਿਆਂ ਛੱਡ ਕੇ ਫਰਾਰ ਹੋ ਗਿਆ। ਲੋਕਾਂ ਨੇ ਜਦੋਂ ਬੱਚੇ ਦੀ ਰੋਣ ਦੀ ਆਵਾਜ਼ ਸੁਣੀ ਤਾਂ ਤੁਰੰਤ ਰੇਲਵੇ ਪੁਲਿਸ ਨਾਲ ਸੰਪਰਕ ਕੀਤਾ ਤੇ ਬੱਚੀ ਨੂੰ ਚਾਈਲਡ ਹੈਲਪਲਾਈਨ ਤੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਤੇ ਤੁਰੰਤ ਬੱਚੀ ਦਾ ਮੈਡੀਕਲ ਕਰਵਾਇਆ ਗਿਆ, ਜਿੱਥੇ ਉਸ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਬਹਰਹਾਲ ਅਗਿਆਤ ਸ਼ਖਸ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਟਾਲਾ ਦੇ ਪਿੰਡ ਧੁੱਪਸੜੀ ਵਿੱਚ ਇੱਕ ਘਰ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਕੁਝ ਲੋਕਾਂ ਨੇ ਘਰ ਵਿੱਚ ਮੌਜੂਦ ਦੰਪਤੀ ਤੇ ਕੀਤਾ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ। ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਧਰ ਜ਼ਖਮੀ ਵਿਅਕਤੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਉਸਦੀ ਪਤਨੀ ਦੇ ਪਹਿਲੇ ਸਹੁਰਾ ਪਰਿਵਾਰ ਹੈ ਅਤੇ ਉਹ ਪਹਿਲਾਂ ਵੀ ਧਮਕੀਆਂ ਦਿੰਦਾ ਸੀ। ਅੱਜ ਉਹਨਾਂ ਘਰ ਦਾਖਲ ਹੋ ਕੇ ਦੋਵਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਫਰਾਰ ਹੋ ਗਏ। ਉਧਰ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਫਾਇਰ ਵੀ ਕੀਤੇ ਗਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰ ਉਹ ਇਹਦੇ ਬੇਟੇ ਦਾ ਰੋਲ ਹੀ ਤੇ ਮਤਲਬ ਵੀ ਪਹਿਲੇ ਛੋੜ ਛੜਾਵਾ ਹੋ ਗਿਆ, ਫੈਸਲਾ ਹੋ ਗਿਆ ਸਾਰਾ ਹੀ ਤੇ ਉਸ ਤੋਂ ਬਾਅਦ ਇੱਕ ਨਾਲ ਦਾ ਘਰ ਆਣ ਕੇ ਜ਼ਬਰਦਸਤੀ ਧਮਕੀਆਂ ਦਿੰਦੇ ਸੀ ਰਾਤ ਮਾਰਨ ਦੀਆਂ। ਰਿਕਾਰਡਿੰਗਾਂ ਸਾਰੀਆਂ ਫੋਨ ਲੈ ਕੇ ਚੁੱਕੇ ਦਾ, ਉਹਦੇ ਵਿੱਚ ਹੀ ਸਾਰਾ ਸਬੂਤ। ਹਾਂਜੀ, ਜਿੱਥੇ ਪਹਿਲੇ ਵੀ ਆਏ ਸੀ ਨਾ ਉੱਥੋਂ ਦੇ ਆਏ, ਨਾਸਰ ਕੇ ਪਿੰਡ ਦੇ। ਹਾਂਜੀ, ਗੋਲੀ ਚਲਾਈ ਉਹਨਾਂ ਸਾਰਾ ਸ਼ਰੇਆਮ ਮੇਰੇ ਇੱਧਰ ਚਲਾਈਆਂ, ਮੇਰੇ ਕਿਰਪਾਨਾਂ ਦਾਤਰ ਮਾਰੇ, ਇਹਦੇ ਲੱਕ 'ਚ ਕਿਰਪਾਨਾਂ ਮਾਰੀਆਂ, ਮੂੰਹ ਪਾੜਤਾ ਸਾਰਾ ਦਾਤਰ ਮਾਰ ਕੋਠੇ 'ਤੇ ਆਣ ਕੇ ਘਰੇ ਪੈ ਗਏ, ਬੂਹਾ ਤੋੜ ਕੇ ਦਰਵਾਜ਼ਾ ਤੋੜਤਾ ਸਾਰਾ। ਹਾਂਜੀ, ਕੰਪਲੀਟ 100 ਨੰਬਰ ਦੀ ਕੀਤੀ ਸੀ। ਉਹ ਆਂਦੇ ਵੀ ਕਨਾਲ ਦਾ ਪੁਲਿਸ ਸਟੇਸ਼ਨ, ਉਹ ਤੇ ਸਾਡੇ ਕੋਲ ਟਾਈਮ ਨਹੀਂ ਹੈਗਾ ਸਰ, ਉਹਨਾਂ ਬਾਹਰ ਨਹੀਂ ਨਿਕਲੇ ਤੱਕ ਘਰੋਂ। ਮੇਰੀ ਨਿਸ਼ਾਨ ਸਿੰਘ ਆ ਤੇ ਇੱਕ ਹੈਗੀ ਆ ਮੈਡਮ ਬਲਜਿੰਦਰ ਕੌਰ ਆ, ਇਹ ਨਾਸਰ ਕੇ ਪਿੰਡ ਵਿਆਹੀ ਸੀ। ਉੱਥੋਂ ਇਹ ਇਹਦੇ ਨਾਲ ਰਹਿ ਰਹੀ ਆ ਨਿਸ਼ਾਨ ਸਿੰਘ ਨਾਲ ਧੁੱਪਸੜੀ। ਇਹਦੇ ਪਰਿਵਾਰਕ ਮੈਂਬਰ ਸਹੁਰੇ ਪਰਿਵਾਰ ਨੇ ਆਣ ਕੇ ਹਮਲਾ ਕੀਤਾ ਤੇ ਉਹਨਾਂ ਨੇ ਮਤਲਬ ਸੱਟਾਂ ਲਾ ਕੇ ਇਹਨਾਂ ਨੂੰ। ਸਰ ਕਹਿੰਦੇ ਗੋਲੀ ਵੈਰੀਫਾਈ ਕਰ ਰਹੇ ਆ। ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਡਾ ਅੱਜ ਅੰਮ੍ਰਿਤਸਰ ਆਏ, ਜਿੱਥੇ ਉਹ ਬਾਲਮੀਕੀ ਤੀਰਥ ਨਤਮਸਤਕ ਹੋਏ। ਉਹਨਾਂ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਦੇ ਜਵਾਈ ਦੀ ਨਿਯੁਕਤੀ ਤੇ ਕਈ ਸਵਾਲ ਖੜੇ ਕੀਤੇ। ਉਹਨਾਂ ਕਾਂਗਰਸ ਪਾਰਟੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇੱਕ ਪਾਸੇ ਚੰਨੀ ਦੇ ਸ਼ਹਿਰ ਅਧਿਆਪਕ ਡਾਂਗਾ ਖਾ ਰਹੇ ਹਨ ਤੇ ਇਹਨਾਂ ਦੇ ਮੰਤਰੀ ਆਪਣਿਆਂ ਨੂੰ ਵੱਡੀਆਂ ਨੌਕਰੀਆਂ ਦੇਣ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਜਦੋਂ ਆਪ ਦੀ ਸਰਕਾਰ ਆਈ ਤਾਂ ਉਹ ਸਾਰਾ ਹਿਸਾਬ ਕਰਨਗੇ। कैसे देख रहे हो? अभी मैं मंदिर के प्रांगण के बाहर खड़ा हूँ
तो मैं सियासी बयान दे देता हूं। मंदिर के भीतर जाकर, अंदर जाकर मैं कोई सियासी बयान नहीं दूंगा, क्योंकि वहां सियासत नहीं होनी चाहिए। आज हर घर नौकरी का जो वादा, जो प्रॉमिस कांग्रेस पार्टी ने अपने मैनिफेस्टो में किया था और कहा था घर घर नौकरी देंगे, उस वादे को एक छोटी सी मॉडिफिकेशन के साथ कांग्रेस पार्टी पूरा करती नजर आ रही है। आज कांग्रेस पार्टी ने अपने ही डिप्टी चीफ मिनिस्टर के दामाद को, सन इन लॉ को सरकारी नौकरी से नवाजा है, और लगता है वो शायद हर घर नौकरी, घर घर नौकरी का वादा अपने विधायकों और अपने मंत्रियों के लिए तो ज़रूर पूरा करेंगे। आज से कुछ दिन पहले अपने विधायक, अपने एमएलए बाजवा साहब के बेटों को नौकरी दी गई, किसी एमपी के भतीजे को नौकरी दी गई, और आज कांग्रेस पार्टी ने, चन्नी साहब ने अपने डिप्टी चीफ मिनिस्टर के दामाद को नौकरी दे दी। पंजाब का बेरोजगार युवा आज भी बेरोजगारी की आग में जल रहा है, उसको कोई नौकरी नहीं देता। लेकिन चन्नी साहब, जिन्हें मैं ड्रामेबाज मुख्यमंत्री कहता हूं, वो कैप्टन अमरिंदर की राह पे चल रहे हैं। कैप्टन अमरिंदर की लेगेसी को आगे बढ़ाते हुए आज चन्नी साहब ने अपनी सरकार के मंत्रियों को और एमएलएस को नौकरियां देनी शुरू कर दी, उनके बच्चों को, उनके रिश्तेदारों को नौकरी देनी शुरू कर दी। सर, जो मैं एक चीज साफ कर दूं, चन्नी में और कैप्टन साहब में कोई फर्क नहीं है। चन्नी साहब और कैप्टन साहब में पूरा भी फर्क नहीं है, एकदम सेम है। बस इतना है कि चन्नी साहब को फोटो खिंचवाना, थोड़ी ड्रामेबाजी करनी अच्छी आती है, बाकी जो काम कैप्टन साहब करते थे वही काम चन्नी साहब कर रहे हैं, अपने मंत्रियों के बच्चों को नौकरियां दे रहे हैं। आम आदमी पार्टी इसका खंडन करती है और ये पंजाब के लोगों की इंसल्ट है, पंजाब के लोगों के जख्मों पे नमक छिड़कने जैसा है। आज अपने बच्चों को नौकरियां दे रही है ये सरकार। आज से 3 महीने बाद जब पंजाब में इलेक्शन होगा तो पंजाब की जनता चन्नी साहब को सूद समेत इस पाप का बदला देगी। एसआईटी को लेकर कि देखिए, मुझे लगता है कि सिद्धू साहब ने जो सवाल उठाए हैं वो जायज़ हैं, और सिट को लेकर सवाल हो, बेरोजगारी को लेकर सवाल हो, बेअदबी के इंसाफ का सवाल हो, नशे के सौदागरों को पकड़ के, नशे के मगरमच्छों को पकड़ के जेल में डालने की बात हो, जो जो मुद्दे उठाए जा रहे हैं वो मुद्दे वैलिड हैं। और मैं चाहूंगा कि चन्नी सरकार इन मुद्दों पर जवाब दे। ड्रामेबाज चीफ मिनिस्टर चन्नी साहब को अगर फोटो खिंचवाने से और अपनी एडवर्टाइजमेंट देने से थोड़ा सा भी समय मिले, टाइम मिले, तो पंजाब के इन मुद्दों पर भी जरा गौर फरमाए, ऐसी मैं अपील करता हूं चन्नी साहब से। ਲੋਕਾਂ ਦੇ ਸਹਿਯੋਗ ਨਾਲ ਚੱਲਣ ਵਾਲੀ ਸਹਿਕਾਰਤਾ ਫੈਕਟਰੀ ਵਿੱਚ ਚੋਣਾਂ ਨੂੰ ਲੈ ਕੇ ਬਵਾਲ ਖੜਾ ਹੋ ਗਿਆ ਹੈ। ਇਸ ਮੌਕੇ ਅਕਾਲੀ ਦਲ ਨੇ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿਹੜੀਆਂ ਚੋਣਾਂ ਹੋ ਰਹੀਆਂ ਹਨ ਉਹਨਾਂ ਵਿੱਚ ਉਮੀਦਵਾਰਾਂ ਨੂੰ ਉਤਰਨ ਨਹੀਂ ਦਿੱਤਾ ਜਾ ਰਿਹਾ ਅਤੇ ਉਹਨਾਂ ਨੂੰ ਗੇਟ ਤੋਂ ਬਾਹਰ ਕਰ ਦਿੱਤਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅਕਾਲੀਆਂ ਨੇ ਧਰਨਾ ਪ੍ਰਦਰਸ਼ਨ ਵੀ ਕੀਤਾ। ਹਾਂਜੀ ਸਰ, ਮੈਂ ਨਰਿੰਦਰ ਸਿੰਘ ਜ਼ੋਨ ਨੰਬਰ 4 ਤੋਂ ਉਮੀਦਵਾਰ ਸੀ, ਔਰ ਅਸੀਂ ਸਵੇਰ ਤੋਂ ਹੀ ਇੱਥੇ ਆਣ ਕੇ ਖੜੇ ਹਾਂ, ਔਰ ਬਾਰ-ਬਾਰ ਇਹਨਾਂ ਨੂੰ ਕਹਿ ਰਹੇ ਵੀ ਸਾਨੂੰ ਅੰਦਰ ਜਾਣ ਦਿਓ ਔਰ ਅਸੀਂ ਆਪਣੀ ਨੋਮੀਨੇਸ਼ਨ ਭਰੀਏ, ਪਰ ਸਾਨੂੰ ਇਹ ਬਿਲਕੁਲ ਅੰਦਰ ਇਹਨਾਂ ਨਹੀਂ ਜਾਣ ਦਿੱਤਾ। ਔਰ ਜਿਨ੍ਹਾਂ ਦੀ ਲਿਸਟ ਦੇ ਵਿੱਚ ਨਾਂ ਨੇ ਜਿਹੜੇ ਸਰਕਾਰ ਵੱਲੋਂ ਥੋਪੇ ਗਏ ਆ, ਉਹਨਾਂ ਨੂੰ ਹੀ ਅੰਦਰ ਬੁਲਾਇਆ ਗਿਆ ਔਰ ਉਹਨਾਂ ਦੇ ਨੋਮੀਨੇਸ਼ਨ ਫਾਰਮ ਹੀ ਲਏ ਗਏ ਆ, ਬਾਕੀ ਕਿਸੇ ਦਾ ਇੱਥੇ ਨੋਮੀਨੇਸ਼ਨ ਫਾਰਮ ਨਹੀਂ ਲਿਆ ਗਿਆ। ਔਰ ਜਿਹੜੇ ਬੰਦੇ ਬਣਾ ਵੀ ਰਹੇ ਆ ਉਹ ਕੋਈ ਦੁੱਧ ਉਤਪਾਦਕ ਵੀ ਨਹੀਂ ਗੇ, ਕਿਉਂਕਿ ਇਹ ਅਦਾਰਾ ਜਿਹੜਾ ਹੈ ਕਿਸਾਨਾਂ ਦਾ ਆ, ਔਰ ਇਹਦੇ ਵਿੱਚ ਉਹੀ ਡਾਇਰੈਕਟਰ ਬਣਨੇ ਚਾਹੀਦੇ ਜਿਨ੍ਹਾਂ ਨੂੰ ਪਸ਼ੂ ਪਾਲਕਾਂ ਦਾ ਪਤਾ, ਉਹਨਾਂ ਨੂੰ ਦੁੱਖ ਦਾ ਪਤਾ, ਉਹਨਾਂ ਦੀ ਗੱਲ ਦਾ ਪਤਾ ਆ, ਜਾਂ ਉਹ ਆਪ ਦੁੱਧ ਪੈਦਾ ਕਰਦੇ ਨੇ, ਉਹ ਬਣ ਸਕਦੇ ਨੇ। ਪਰ ਇਹ ਇੱਥੇ ਉਹ ਉਮੀਦਵਾਰ ਬਣਾ ਕੇ ਅੰਦਰ ਭੇਜਦੇ ਨੇ ਜਿਹੜੇ ਦੁੱਧ ਵੀ ਮੁੱਲ ਲੈਂਦੇ ਨੇ, ਔਰ ਉਹਨਾਂ ਨੇ ਪਸ਼ੂ ਵੀ ਕੋਈ ਨਹੀਂ ਰੱਖਿਆ। ਸੋ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਸਾਡੇ ਵੀ ਨੋਮੀਨੇਸ਼ਨ ਪੇਪਰ ਜਿਹੜੇ ਲੈ ਜਾਣ ਤੇ ਔਰ ਇਲੈਕਸ਼ਨ ਕਰਵਾਈ ਜਾਵੇ, ਜਿਹੜਾ ਜਿੱਤ ਜਾਏਗਾ ਜਿੱਤ ਜਿਹੜਾ ਹਾਰ ਜਾਏਗਾ। ਬਿਲਕੁਲ ਜੀ, ਇਹਨਾਂ ਨੂੰ ਇਹ ਰਾਜਨੀਤੀ ਆ, ਔਰ ਇਹਨਾਂ ਨੂੰ ਇਸ ਜ਼ੋਨ ਤੋਂ ਸਪਸ਼ਟ ਆਪਣੀ ਹਾਰ ਜਿਹੜੀ ਉਹ ਦਿਸ ਰਹੀ ਸੀ। ਔਰ ਜਿਹੜੇ ਬੰਦੇ ਨੂੰ ਇੱਥੇ ਉਹਨਾਂ ਅੰਦਰ ਬੁਲਾਇਆ 4 ਨੰਬਰ ਜ਼ੋਨ ਤੋਂ, ਉਹਦੇ ਕੋਲ ਸਿਰਫ 2 ਵੋਟਾਂ ਨੇ, ਔਰ ਸਾਡੇ ਕੋਲ 17 ਵੋਟਾਂ ਲੈ ਕੇ ਅਸੀਂ ਬਾਹਰ ਖੜੇ ਹਾਂ।
2 ਵੋਟਾਂ ਵਾਲਾ ਅੰਦਰ ਬੈਠਾ ਆ, ਉਹ ਡਾਇਰੈਕਟਰ ਬਣ ਕੇ ਬੈਠਾ ਆ, ਜਿਹੜੇ 17 ਵੋਟਾਂ ਵਾਲੇ ਆ ਉਹ ਸੜਕਾਂ ਤੇ ਬੈਠੇ ਆ। ਔਰ ਇਹ ਲੋਕਤੰਤਰ ਆ ਇੱਥੇ ਦਾ ਪੰਜਾਬ ਦਾ। ਨਵਜੋਤ ਸਿੰਘ ਸਿੱਧੂ ਅੱਜ ਡੇਰਾ ਬਾਬਾ ਨਾਨਕ ਪਹੁੰਚੇ। ਉਹ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲਵਾਉਣ ਲਈ ਅਰਦਾਸ ਕਰਨਗੇ। ਜ਼ਿਕਰ ਹੋਇਆ ਕਿ ਅੱਜ ਤੜਕੇ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਸੀ ਕਿ ਉਹ ਡੇਰਾ ਬਾਬਾ ਨਾਨਕ ਪਹੁੰਚ ਰਹੇ ਹਨ ਅਤੇ ਤਕਰੀਬਨ 7:30 ਵਜੇ ਲਾਂਘੇ ਵਾਲੀ ਜਗ੍ਹਾ ਤੇ ਪਹੁੰਚ ਗਏ, ਪਰ ਧੁੰਦ ਬਹੁਤ ਹੋਣ ਕਾਰਨ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇ ਅਤੇ ਅਜੇ ਤੱਕ ਉਹ ਡੇਰਾ ਬਾਬਾ ਨਾਨਕ ਹੀ ਹਨ। ਉਹਨਾਂ ਦਾ ਕਹਿਣਾ ਹੈ ਕਿ ਧੁੰਦ ਲੱਥਣ ਤੱਕ ਇੰਤਜ਼ਾਰ ਕਰਨਗੇ ਪਰ ਦਰਸ਼ਨ ਜ਼ਰੂਰ ਕਰਨਗੇ। ਇਹ ਵੀ ਦੱਸ ਦਈਏ ਕਿ 9 ਨਵੰਬਰ 2019 ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਸੀ ਅਤੇ ਲਾਂਘਾ ਖੁੱਲ੍ਹਣ ਦੇ ਪਹਿਲੇ ਦਿਨ ਸਰਦਾਰ ਸਿੱਧੂ ਗੁਰਦੁਆਰਾ ਸ਼੍ਰੀ ਕਰਤਾਰ ਸਾਹਿਬ ਗਏ ਸਨ। ਊਰਜਾ ਨਾਲ ਇੱਕ ਰਹਿਣ ਦਾ ਜੀ ਕਰਦਾ। ਇਸੇ ਤਰ੍ਹਾਂ ਕਰੋੜਾਂ ਸ਼ਰਧਾਲੂਆਂ ਦੀ ਤਾਂਘ ਹੈ, ਪਿਆਸ ਹੈ ਬਾਬੇ ਦੇ ਜਿਹੜੀ ਕਿਰਤ ਕੀਤੀ ਹੋਈ ਜਗ੍ਹਾ ਉੱਥੇ ਸਾਫਾ ਲਾ ਕੇ ਸੇਧ ਲੈਣ ਦਾ। ਸਾਡਾ ਚਾਨਣ ਮਨਾਰਾ, ਸਾਡਾ ਮਾਪਾ ਇਹੀ ਹੈ। ਲੋਕਾਂ ਦੇ ਮਾਪੇ ਹੁੰਦੇ, ਮੈਂ ਤੇ ਮੇਰੇ ਮਾਂ-ਬਾਪ ਦੇ ਜਾਣ ਤੋਂ ਬਾਅਦ ਇਹਨਾਂ ਨੂੰ ਹੀ ਆਪਣੇ ਮਾਪੇ ਮੰਨਿਆ। ਸਾਡਾ ਮਾਈ ਬਾਪ ਇਹ ਹੈ। ਅੱਜ ਦੀ ਸਭ ਤੋਂ ਵੱਡੀ ਮੰਗ ਹੀ ਇਹ ਹੈ ਕਿ ਜਦੋਂ ਪਹਿਲਾ ਲਾਂਘਾ ਚੱਲਿਆ ਸੀ ਕੋਵਿਡ ਤੋਂ ਪਹਿਲਾਂ, ਇੱਕ ਦਿੱਕਤ ਪਰੇਸ਼ਾਨੀ ਨਹੀਂ ਹੋਈ। ਕਰੀਬ 70,000 ਬੰਦਿਆਂ ਨੇ ਇੱਥੇ ਦਰਸ਼ਨ ਦੀਦਾਰੇ ਕੀਤੇ। ਅਮਨ ਮਾਨ ਦਾ ਪ੍ਰਤੀਕ, ਆਪਸੀ ਭਾਈਚਾਰੇ ਦਾ ਪ੍ਰਤੀਕ, ਪੀਪਲ ਟੂ ਪੀਪਲ ਕੰਟੈਕਟ ਦਾ ਪ੍ਰਤੀਕ, ਅ ਕੋਰੀਡੋਰ ਆਫ ਇਨਫਿਨਿਟ ਪੋਸਿਬਿਲਿਟੀਜ਼, ਅਸੰਖ ਸੰਭਾਵਨਾਵਾਂ ਦਾ ਇਹ ਕੋਰੀਡੋਰ ਹੈ। ਔਰ ਇੰਨੀਆਂ ਸੰਭਾਵਨਾਵਾਂ ਨੇ ਜਿਹੜੀਆਂ ਅਨੰਤ ਕਹਿੰਦੇ ਆ ਨਾ, ਉਸ ਤਰੀਕੇ ਦੀ। ਦੂਜੀ ਗੱਲ, 75% ਲੋਕ ਜਿਹੜੇ ਇੱਥੇ ਆਉਂਦੇ ਆ ਉਹਨਾਂ ਕੋਲ ਪਾਸਪੋਰਟ ਹੈ ਨਹੀਂ। ਅੱਜ ਵੀ ਬਾਬਾ ਜੀ ਦੇ ਗੁਰਦੁਆਰੇ ਦਰਸ਼ਨ ਕਰਕੇ ਇੱਥੇ ਕਰੀਬ 5,000 ਬੰਦਾ ਦਰਸ਼ਨ ਕਰਨਾ। ਮੈਂ ਚਿੱਠੀ ਵੀ ਲਿਖਾਂਗਾ। ਮੇਰੀ ਹਿੰਦੁਸਤਾਨ ਦੇ ਹੋਮ ਮਿਨਿਸਟਰ ਸਾਹਿਬ ਨੂੰ ਇਹ ਦਰਖਾਸਤ ਹੈ। ਬਾਬੇ ਨਾਨਕ ਦਾ ਇੱਕ ਨਿਮਾਣਾ ਸਿੱਖ, ਉਹਦਾ ਨੌਕਰ, ਇੱਕ ਵਿਨਮਰ ਬੇਨਤੀ ਕਰ ਰਿਹਾ ਹੈ ਕਿ ਲੈਂਡ ਪੋਰਟ ਅਥਾਰਟੀ ਅੱਜ ਤੋਂ 1.5 ਸਾਲ ਪਹਿਲਾਂ ਵਚਨਬੱਧ ਹੋ ਕੇ ਕਹਿ ਕੇ ਗਈ ਸੀ ਕਿ ਉਹ 100 ਮੀਟਰ ਚੌੜਾ ਤੇ 60 ਮੀਟਰ ਉੱਚਾ ਇੱਥੇ ਦਰਸ਼ਨ ਸਥਲ ਬਣਾਉਣਗੇ। ਉਹ ਜਿਹੜਾ ਦਰਸ਼ਨ ਸਥਲ ਹੈ ਉਹਦੇ ਨਾਲ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੇ ਲੋਕ ਤ੍ਰਿਪਤ ਹੋ ਕੇ ਜਾਂਦੇ ਆ। ਮੈਂ ਜਾਣਦਾ ਕਿ ਮੇਰੇ ਤਾਇਆ ਜੀ ਇਸ ਮਿੱਟੀ ਨੂੰ ਆਪਣੀਆਂ ਅੱਖਾਂ ਦੇ ਉੱਤੇ ਲਾ ਕੇ ਰੋਂਦੇ ਹੁੰਦੇ ਸੀ। ਉਹੋ ਜਿਹੇ ਕਰੋੜਾਂ ਲੋਕ ਨੇ। ਮੇਰੀ ਇਹ ਬੇਨਤੀ ਹੈ, ਇਹ ਰਿਕੁਐਸਟ ਹੈ ਹੋਮ ਮਿਨਿਸਟਰ ਨੂੰ ਔਰ ਭਾਰਤ ਸਰਕਾਰ ਨੂੰ ਕਿ ਤੁਹਾਡੇ ਸਿਕਿਉਰਿਟੀ ਰੀਜ਼ਨ ਹੋ ਸਕਦੇ, ਤੁਹਾਨੂੰ ਜ਼ਿਆਦਾ ਪਤਾ ਹੋਊਗਾ। ਮੈਂ ਤਾਂ ਬਾਬੇ ਦੀ ਮਿਹਰ ਦੇ ਵਿੱਚ ਵਿਸ਼ਵਾਸ ਰੱਖਦਾ। ਜਦੋਂ ਬਾਬੇ ਦੀ ਮਿਹਰ ਹੋਈ ਸੀ, ਲੱਖ ਵਿਰੋਧਾਂ ਦੇ ਬਾਵਜੂਦ ਵੀ ਇਹ ਲਾਂਘਾ ਖੁੱਲ੍ਹਿਆ ਸੀ ਔਰ ਇਹ ਲਾਂਘਾ ਖੁੱਲ੍ਹਣਾ ਹੀ ਖੁੱਲ੍ਹਣਾ, ਕਿਉਂਕਿ ਸਿੱਖਾਂ ਦੀ ਤਾਂਘ ਹੈ। ਸਿੱਖ ਇੱਥੋਂ ਊਰਜਾ ਲੈਂਦੇ ਆ। ਹਿੰਦੂ, ਮੁਸਲਮਾਨ, ਈਸਾਈ, ਹਰ ਧਰਮ ਇਸ ਗੁਰੂਦੁਆਰੇ ਤੋਂ ਸੇਧ ਲੈਂਦਾ ਹੈ। ਜਗਤ ਗੁਰੂ ਹੈ ਬਾਬਾ ਜੀ। ਮੇਰੀ ਇਹ ਬੇਨਤੀ ਹੈ ਕਿ ਦਰਸ਼ਨ ਦੀਦਾਰੇ ਵਾਸਤੇ ਐਟਲੀਸਟ ਜੋ ਉਹ ਵਚਨ ਸੀ ਉਹ ਪੂਰਾ ਹੋਵੇ। ਦੇਰੀ ਕਿਉਂ ਸਮਝਦੇ ਹੋ? ਕਿਉਂ ਹੋ ਰਹੀ ਹੈ ਦੇਰੀ? ਦੇਖੋ, ਇਹਦਾ ਜਵਾਬ ਉਹ ਦੇ ਸਕਦੇ ਆ, ਲੇਕਿਨ ਮੈਂ ਇੱਕ ਚਿੱਠੀ ਵੀ ਲਿਖੂੰਗਾ, ਰਿਮਾਈਂਡਰ ਵੀ ਦਊਂਗਾ। ਅੱਛਾ, ਇਹ ਵੀ ਹੈ ਵੀ ਉਹਦੇ 'ਚ ਕੋਈ ਪੈਸੇ ਜ਼ਿਆਦਾ ਖਰਚ ਨਹੀਂ ਹੋਣੇ। ਇੱਕ ਥੋੜ੍ਹੀ ਜਿਹੀ ਇੱਛਾ ਸ਼ਕਤੀ ਦੀ ਗੱਲ ਹੈ, ਪੋਲੀਟੀਕਲ ਵਿਲ ਦੀ ਗੱਲ ਹੈ। ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਕੋਈ ਕੰਟਰੈਕਟ ਦੀ ਗੱਲ ਹੈ ਜਾਂ ਫਲਾਣੇ ਦੀ ਗੱਲ ਹੈ ਤੇ ਉਹ ਪੰਜਾਬ ਸਰਕਾਰ ਨੂੰ ਕਹਿਣ। ਤੇ ਮੈਂ ਇਹ ਤੁਹਾਨੂੰ ਗਰੰਟੀ ਦਿੰਦਾ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ਦੇ ਉੱਤੇ ਉਹ ਕੰਮ ਕਰਕੇ ਦੇਊਗੀ, ਕਿਉਂਕਿ ਘੱਟ ਤੋਂ ਘੱਟ ਨਹੀਂ 4-5 ਦੂਰਬੀਨਾਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ। ਜਦੋਂ ਇਹੋ ਜਿਹਾ ਸਮਾਂ ਆਉਂਦਾ, ਹੁਣ ਦੇਖੋ ਤੁਸੀਂ, ਪੂਰਾ ਖੁੱਲ੍ਹਾ ਦਰਸ਼ਨ ਦੀਦਾਰ ਹੁੰਦਾ ਹੈ। ਦੇਖੋ, ਅਸੀਂ ਤਾਂ ਇਹੀ ਚਾਹਾਂਗੇ ਕਿ ਇਹ ਲਾਂਘਾ ਖੁੱਲ੍ਹਾ ਰਹੇ, ਪਰ ਜੇ ਇਨ ਕੇਸ ਇਹ ਬੰਦ ਵੀ ਹੁੰਦਾ ਕਿਸੇ ਕਾਰਨ ਵਰਸ਼, ਤੇ ਫਿਰ ਉਹ ਜਿਹੜੀ ਲੈਂਡ ਪੋਰਟ ਅਥਾਰਟੀ ਵਾਲੀ ਜਿਹੜੀ ਥਾਂ ਹੈ 100 ਮੀਟਰ ਚੌੜੀ 60 ਮੀਟਰ ਉੱਚੀ, ਉੱਥੇ ਆ ਕੇ ਹਰੇਕ ਬੰਦੇ ਨੂੰ ਇੰਨਾ ਅਖਤਿਆਰ ਹੋਵੇ ਕਿ ਉਹ ਬਾਬਾ ਜੀ ਦੇ ਦਰ ਦੇ ਖੁੱਲੇ ਦਰਸ਼ਨ ਦੀਦਾਰੇ ਕਰਕੇ ਜਾਵੇ। ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਨਾਕੇਬੰਦੀ ਦੌਰਾਨ 2 ਮੋਟਰਸਾਈਕਲ ਚੋਰਾਂ ਨੂੰ ਕਾਬੂ ਕਰ ਲਿਆ ਤੇ ਉਹਨਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਉਹਨਾਂ ਕੋਲੋਂ 10 ਮੋਟਰਸਾਈਕਲ ਬਰਾਮਦ ਕੀਤੇ ਗਏ।
ਜੋ ਕਿ ਇਹਨਾਂ ਦੋਵਾਂ ਚੋਰਾਂ ਨੇ ਪਿੰਡ ਸਿੰਘਵਾਲਾ ਨੇੜੇ ਬਾਣੀ ਇੱਕ ਸੇਮ ਦੇ ਨਾਲ ਇੱਕ ਜਗ੍ਹਾ ਤੇ ਛੁਪਾ ਕੇ ਰੱਖੇ ਹੋਏ ਸਨ। ਪੁਲਿਸ ਨੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਡੀਐਸਪੀ ਸਾਹਿਬ ਦਾ ਬੜਾ ਵੱਡਾ ਯੋਗਦਾਨ ਹੈ। 7 ਤਰੀਕ ਨੂੰ ਸਿਟੀ ਸਾਊਥ ਪੁਲਿਸ ਨੇ 2 ਅਨਸਰਾਂ ਜਿਨ੍ਹਾਂ ਦਾ ਨਾਮ ਸੁਖਬੀਰ ਸਿੰਘ ਔਰ ਆਕਾਸ਼ਦੀਪ ਸਿੰਘ ਆ, ਇਹਨਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਰਗਾਹਾ ਰੋਡ ਤੋਂ। ਉਸ ਤੋਂ ਬਾਅਦ ਉਹਨਾਂ ਦੀ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਕਾਫੀ ਉਹਨਾਂ ਨੇ ਹੋਰ 9 ਮੋਟਰਸਾਈਕਲ ਹੈ ਜਿਹੜੇ ਬਰਾਮਦ ਕੀਤੇ ਨੇ। ਟੋਟਲ 10 ਮੋਟਰਸਾਈਕਲ ਚੋਰੀ ਦੇ ਜਿਹੜੇ ਇਹਨਾਂ 2 ਅਨਸਰਾਂ ਕੋਲੋਂ ਬਰਾਮਦ ਹੋਏ। ਕਿੱਥੋਂ ਕਿੱਥੋਂ ਚੋਰੀ ਕਰਦੇ ਸੀ ਜਿਹੜੇ ਇਹ ਵੱਖ-ਵੱਖ ਸ਼ਹਿਰਾਂ ਵੱਖ-ਵੱਖ ਟਿਕਾਣਿਆਂ ਤੋਂ, ਸ਼ਹਿਰ ਦੇ ਵੱਖ-ਵੱਖ ਥਾਣਿਆਂ ਤੋਂ, ਵੱਖ-ਵੱਖ ਜਗ੍ਹਾ ਤੋਂ ਇਹਨਾਂ ਚੋਰੀ ਕੀਤੇ ਹੈ ਔਰ ਇਹਨਾਂ ਦੀ ਅਜੇ ਪੁੱਛਗਿੱਛ ਚੱਲ ਰਹੀ ਹੈ ਕੰਪਲੀਟ ਜਿਹੜੀ ਨਾ। ਉਸ ਤੋਂ ਬਾਅਦ ਹੋਰ ਵੀ ਕਈ ਅਹਿਮ ਸੁਰਾਗ ਮਿਲਣਗੇ ਇਹਨਾਂ ਪਾਸੋਂ। ਆਏ ਦਿਨ ਅਸੀਂ ਲੱਖ ਦਾਅਵੇ ਸੁਣਦੇ ਹਾਂ ਕਿ ਸਰਕਾਰ ਦੇ ਕੇ ਹਰ ਘਰ ਨੂੰ ਸਹੂਲਤ ਮਿਲੇਗੀ, ਪੱਕੇ ਕਮਰੇ ਦੀ, ਲੈਟਰਨ ਬਾਥਰੂਮ ਦੀ, ਪਰ ਜੇ ਜ਼ਮੀਨੀ ਹਕੀਕਤ ਨਾਲ ਰੂਬਰੂ ਹੋਈਏ ਤਾਂ ਇਹ ਸਿਰਫ ਖੋਖਲੇ ਦਾਅਵੇ ਹੀ ਨਜ਼ਰ ਆਉਂਦੇ ਹਨ ਤੇ ਲੋਕਾਂ ਨੇ ਸਰਕਾਰਾਂ ਤੋਂ ਆਪਣੀਆਂ ਉਮੀਦਾਂ ਵੀ ਛੱਡ ਦਿੱਤੀਆਂ ਹਨ ਤੇ ਹੁਣ ਸਿਰਫ ਮਦਦ ਲਈ ਦਾਨੀ ਸੱਜਣਾ ਨੂੰ ਫਰਿਆਦ ਕਰਦੇ ਹਨ। ਸੋ ਐਸਾ ਹੀ ਮਾਮਲਾ ਸਾਹਮਣੇ ਆਇਆ ਹੈ ਪਿੰਡ ਗਿੱਲ ਪੰਨਾ, ਜ਼ਿਲ੍ਹਾ ਤਰਨਤਾਰਨ ਦਾ, ਜਿੱਥੇ ਇੱਕ ਵਿਧਵਾ ਧੀ ਆਪਣੇ ਛੋਟੇ ਜਿਹੇ ਬੱਚੇ ਨਾਲ ਬਿਨਾਂ ਚਾਰ ਦੀਵਾਰੀ ਅਤੇ ਬਿਨਾਂ ਬਾਥਰੂਮ ਤੋਂ ਦਿਨ ਕੱਟ ਰਹੀ ਹੈ ਅਤੇ 5-6 ਘਰਾਂ ਵਿੱਚ ਗੋਹਾ ਕੂੜਾ ਸੁੱਟ ਕੇ ਆਪਣੇ ਬੱਚੇ ਅਤੇ ਆਪਣਾ ਪੇਟ ਪਾਲ ਰਹੀ ਹੈ। ਉਹਨਾਂ ਸਮੂਹ ਦਾਨੀ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਦੀ ਮਦਦ ਕਰਨ। ਹਾਂਜੀ ਵੀਰ ਜੀ, ਕੀ ਨਾਮ ਆਪਣਾ? ਜਸਕਰਨ ਸਿੰਘ। ਕਿਹੜਾ ਪਿੰਡ ਹੈ? ਇਹੋ ਪਿੰਡ ਦੀ ਗੱਲ ਬਣ। ਸਾਡੀ ਭੈਣ ਜਿਹੜੀ ਅੱਜ ਵਿਧਵਾ ਇੱਕ ਭੈਣ ਹੈ ਜਿਹਦਾ ਕਮਰਾ ਦੀ ਛੱਤ ਵੀ ਡਿੱਗੀ ਜੀ, ਕੀ ਮਸਲਾ ਪੂਰਾ ਹੈ? ਹਾਂਜੀ, ਇਹ ਸਭ ਦੇਖੋ ਤਾਂ ਸਾਹਮਣੇ ਦਾ ਡਿੱਗਾ ਜੀ ਕੋਠਾ ਇਹਦਾ ਚਾਹੀਦਾ। ਗਰੀਬੀ ਬਹੁਤ ਜ਼ਿਆਦਾ, ਨਿੱਘਾ ਦਾ ਬੱਚਾ ਇਹਦਾ ਜੀ, ਤੇ ਇਹਦਾ ਇਸ ਤਰ੍ਹਾਂ ਵੀ ਇੱਕ ਕੋਠਾ ਪੈਣਾ ਚਾਹੀਦਾ ਇਹਦਾ ਜੀ। ਬਾਕੀ ਇਹਦਾ ਬਾਥਰੂਮ, ਪਾਣੀ ਦਾ, ਬੱਤੀ ਦਾ, ਜਿੰਨਾ ਵੀ ਵਿਚਾਰੀ ਨੇ ਬੋਲਿਆ ਇਹ ਸਾਰਾ ਇਹਦਾ ਕੰਮ ਹੋਣਾ ਚਾਹੀਦਾ ਵਿਚਾਰੀ ਦਾ। ਉਹ ਬੱਚਾ ਬਿਲਕੁਲ ਨਿੱਕਾ ਇਹਦਾ ਜੀ, ਇਸ ਕਰਕੇ ਜੀ। ਸਰਕਾਰਾਂ ਤੇ ਬੜੇ ਦਾਅਵੇ ਕਰਦੀਆਂ ਨੇ, ਕਿਸੇ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ? ਨਹੀਂ ਜੀ, ਕਿਸੇ ਨੇ ਜੀ। ਹੁਣ ਤੇ ਕਿਸ ਤਰ੍ਹਾਂ ਦੀ ਸਰਕਾਰ ਤੋਂ ਮੰਗ ਕਰਦੇ ਇਹਦੇ? ਹੁਣ ਅਸੀਂ ਧਿਆਨ ਵਿੱਚ ਚਲੋ ਇਸ ਕਾਂਗਰਸ ਸਰਕਾਰ ਤੋਂ ਮੰਗ ਕਰਦੇ ਵੀ ਚਲੋ ਇਹ ਗਰੀਬੀ ਦਾ ਕੋਠਾ ਪੈ ਜਾਵੇ ਜੀ। ਹਾਂਜੀ, ਅਸੀਂ ਇਹਨੇ ਆ ਵੀ ਚਲੋ ਆਪਣੇ ਵੱਡੇ ਵੀਰ ਜੀਆਂ ਨੂੰ ਆ ਬੇਨਤੀ ਆ, ਇਹਦੀ ਗਰੀਬੀ ਦਾ ਕੁਛ ਸੋਚਿਆ ਜਾਵੇ, ਕਮਰਾ ਪੈ ਜੇ, ਬਾਥਰੂਮ ਲੈਟਰਨ ਪੈ ਜੇ। ਚਲੋ ਬਹੁਤ ਬੜਾ ਤਰਸ ਆਉਂਦਾ, ਵਿਚਾਰੀ 5-6 ਘਰਾਂ ਦਾ ਗੋਹਾ ਸੁੱਟਦੀ ਆ, ਗੁਜ਼ਾਰਾ ਕਰਕੇ ਆਪਦਾ ਟਾਈਮ ਪਾਸ ਕਰਦੀ ਆ, ਇੱਥੇ ਰੜੇ ਮੈਦਾਨ ਬੈਠੀ ਰਹਿੰਦੀ ਆ। ਤੇ ਅਸੀਂ ਤਾਂ ਇਹੋ ਭੈਣ ਭਰਾਵਾਂ ਦੇ ਸਰਦਾਰਾਂ ਕਰੀ ਬੇਨਤੀ ਆ ਵੀ ਇਹਦਾ ਵਿਚਾਰੀ ਦਾ ਮਸਲਾ ਨਹੀਂ। ਕਿੰਨਾ ਚਿਰ ਹੋ ਗਿਆ ਇਹਨਾਂ ਦੇ ਪਤੀ ਦੀ ਡੈਥ ਹੋਈ ਨੂੰ? ਇਹਦੇ ਪਤੀ ਦੀ ਡੈਥ ਨੂੰ 4 ਸਾਲ ਹੋ ਗਏ। ਤੇ ਹੁਣ ਇਹਨਾਂ ਦਾ ਕਿੱਦਾਂ ਗੁਜ਼ਾਰਾ ਕਰ ਰਿਹਾ? ਗੁਜ਼ਾਰਾ ਵਿਚਾਰੀ ਇਤਨਾ ਕਦੀ ਕਿਸੇ ਦੇ ਘਰ ਜਾਂਦੀ, ਕਦੀ ਕਿਸੇ ਦੇ, ਤੇ ਟਾਈਮ ਪਾਸ ਆਪਦਾ ਵਿਚਾਰੀ ਕਰਦੀ। ਜਿਉਂ ਉਸ ਵਕਤ ਤੇ ਜਾਂਦੀ ਤੇ ਹੁਣ ਆਉਂਦੀ ਹੈ। 5-6 ਘਰਾਂ ਦਾ ਗਵਾਹ ਸੁੱਟਦੀ ਹੈ। ਦਾਨੀ ਸੱਜਣਾ ਤੋਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ? ਦਾਨੀ ਸੱਜਣਾ ਨੂੰ ਇਹ ਨੇ ਆ ਭਾਜੀ, ਤੁਸੀਂ ਇਹਨੇ ਵਿਚਾਰੀ ਨੂੰ ਕਮਰਾ, ਬਾਥਰੂਮ, ਲੈਟਰਿੰਗ, ਇਹਦਾ ਜਿੰਨੀ ਸਹੂਲਤ ਦਿੱਤੀ ਜਾਵੇ ਇਹਨੂੰ ਦਿੱਤੀ ਜਾਵੇ। ਅੰਮ੍ਰਿਤਸਰ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇੱਕ ਫਰਜ਼ੀ ਨਿਹੰਗ ਸਿੰਘ ਦੀ ਇੱਕ ਵੀਡੀਓ ਸਾਹਮਣੇ ਆਈ, ਜਿਸ ਵਿੱਚ ਨਿਹੰਗ ਸਿੰਘ ਦਾ ਚੋਲਾ ਪਾ ਕੇ ਕੁਝ ਲੋਕਾਂ ਨੂੰ ਤੰਗ ਕਰ ਰਿਹਾ ਸੀ ਤੇ ਉਸੇ ਦੌਰਾਨ ਇੱਕ ਨਿਹੰਗ ਜਥੇਬੰਦੀ ਨੇ ਇਸ ਨਿਹੰਗ ਨੂੰ ਕਾਬੂ ਕੀਤਾ ਤੇ ਉਸੇ ਕੱਪੜੇ ਤੱਕ ਉਤਾਰ ਦਿੱਤੇ ਗਏ। ਵਿਸ਼ਵ ਪੱਧਰੀ ਚਰਚਿਤ ਯੂਬਾ ਸਿਟੀ ਕੈਲੀਫੋਰਨੀਆ ਦਾ ਨਗਰ ਕੀਰਤਨ ਜੋ ਗੁਰਤਾ ਗੱਦੀ ਨੂੰ ਸਮਰਪਿਤ ਹੁੰਦਾ ਹੈ ਤੇ ਸਬੰਧ ਵਿੱਚ ਕਈ ਹਫ਼ਤਿਆਂ ਤੋਂ ਚੱਲ ਰਹੇ ਧਾਰਮਿਕ ਦੀਵਾਨਾਂ ਦੀ ਵੱਡੀ ਗਿਣਤੀ ਵਿੱਚ ਸੰਗਤ ਦੀ ਹਾਜ਼ਰੀ 'ਚ ਸਮਾਪਤ ਹੋ ਗਈ। ਕੋਵਿਡ ਦੀ ਮਾਰ ਚੱਲ ਰਹੇ ਅਮਰੀਕਾ ਦੇ ਸਿੱਖ ਭਾਈਚਾਰੇ ਦੇ ਲਈ 2 ਸਾਲ ਬਾਅਦ ਯੂਬਾ ਸਿਟੀ ਦਾ ਇਹ ਨਗਰ ਕੀਰਤਨ ਪਹਿਲਾ ਵੱਡਾ ਸਮਾਗਮ ਸੀ। ਨਗਰ ਕੀਰਤਨ 'ਚ ਐਤਕਾਂ ਵੀ ਸੰਗਤ ਦੀ ਭਾਰੀ ਰੌਣਕਾਂ ਜੁਟੀਆਂ ਰਹੀਆਂ। ਨਗਰ ਕੀਰਤਨ ਲਈ ਸਥਾਨਕ ਸੰਗਤ ਕਰੀਬ 1 ਮਹੀਨੇ ਤੋਂ ਲੰਗਰਾਂ, ਸਾਜੋ ਸਮਾਨ, ਸਜਾਵਟ ਤੇ ਫਲੋਟਾਂ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਤੁਸੀਂ ਮੈਨੂੰ ਜਾਣਦੇ ਹੋ, ਦਾਸ ਕੁਲਜੀਤ ਸਿੰਘ ਸੋਢੀ, ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ, ਜਥੇਦਾਰ ਦੁਆਬਾ ਜੋਨ। ਅੱਜ ਅਸੀਂ ਸਵੇਰੇ ਦਰਬਾਰ ਸਾਹਿਬ ਪਹੁੰਚੇ ਤੇ ਪਹੁੰਚਦਿਆਂ ਸਾਰ ਜਲਿਆਂਵਾਲੇ ਬਾਗ ਦੇ ਥੋੜ੍ਹਾ ਜਿਹਾ ਨਜ਼ਦੀਕ ਇਹਨਾਂ 5-7 ਜਣਿਆਂ ਦਾ ਗਰੁੱਪ ਬੈਠਾ ਹੋਇਆ ਸੀ, ਜਿਹੜੀ ਕਿ ਤੁਸੀਂ ਵੀਡੀਓ ਵੇਖ ਰਹੇ ਹੋ। ਜਦੋਂ ਮੈਂ ਇਹਨਾਂ ਨੂੰ ਜਾ ਕੇ ਫਤਿਹ ਬੁਲਾਈ ਵੀ ਇਹ ਸਿੱਖ ਆ, ਨਿਹੰਗ ਸਿੰਘ ਟੱਕਰ ਪੈ ਮੋਰਿਓ, ਇਹਨਾਂ ਨੇ ਕੋਈ ਫਤਿਹ ਦਾ ਜਵਾਬ ਨਹੀਂ ਦਿੱਤਾ। ਜਦੋਂ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕਿੱਥੋਂ, ਇਹ ਯੂਪੀ ਬਿਹਾਰ ਤੇ ਹੋਰਾਂ ਦੀਆਂ ਗੱਲਾਂ ਕਰਨ ਲੱਗ ਪਏ ਤੇ ਉਹਨਾਂ ਨੇ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਉੱਥੇ ਸੰਗਤ ਇਕੱਠੀ ਹੋ ਗਈ। ਸੰਗਤ ਇਕੱਠੀ ਹੋ ਕੇ ਇਹਨਾਂ ਨੂੰ ਸਵਾਲ ਜਵਾਬ ਸ਼ੁਰੂ ਕਰ ਦਿੱਤੇ, ਪਰ ਇਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਤਸੱਲੀ ਬਖਸ਼, ਕੋਈ ਵੀ ਜਵਾਬ ਨਹੀਂ ਇਹਨਾਂ ਨੇ ਦਿੱਤਾ। ਤੁਸੀਂ ਵੀਡੀਓ 'ਚ ਵੇਖ ਵੀ ਸਕਦੇ ਹੋ। ਜਦੋਂ ਇਹਨਾਂ ਨੂੰ ਚੈੱਕ ਕੀਤਾ ਗਿਆ, ਕੋਈ ਇਹਨਾਂ ਦੇ ਕਸ਼ਹਿਰਾ ਨਹੀਂ, ਕੋਈ ਇਹਨਾਂ ਦੀ ਕੋਈ ਰਹਿਤ ਮਰਜ਼ਾਦਾ ਨਹੀਂ। ਵਾਲ ਇਹਨਾਂ ਦੇ ਕੱਟੇ ਹੋਏ ਸੀ, ਸਿਰ ਤੇ ਦਮਾਲੇ ਵੀ ਕੋਈ ਨਹੀਂ ਵੱਜੇ, ਸਿਰੋਂ ਵੀ ਮੋਨੇ ਸੀ। ਸੋ ਜਿੱਦਾਂ ਕਿ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਆ ਜਾਂ ਹੋਰ ਵੀ ਘਟਨਾਵਾਂ ਹੋ ਰਹੀਆਂ ਆ, ਉਹ ਇੱਦਾਂ ਦੇ ਲੋਕ ਹੀ ਕਰਦੇ ਹਨ। ਸੋ ਸਾਰਿਆਂ ਨੂੰ ਬੇਨਤੀ ਆ ਕਿ ਭਰਾ ਇੱਦਾਂ ਦੇ ਲੋਕਾਂ ਤੋਂ ਸਾਵਧਾਨ ਰਹੋ
ਤੇ ਜਿਹੜੇ ਵੀ ਵੀਰ ਦਰਬਾਰ ਸਾਹਿਬ ਆਉਂਦੇ ਆ ਉਹ ਜ਼ਰੂਰ ਨਿਗਾਹ ਰੱਖ ਲੈਣ, ਇਹ ਬੰਦੇ ਪਛਾਣ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਅਮਰੀਕਾ ਨੇ ਕਰੋਨਾ ਮਹਾਮਾਰੀ ਤੋਂ ਲਗਭਗ ਪੌਣੇ 2 ਸਾਲ ਬਾਅਦ ਤਕਰੀਬਨ 33 ਮੁਲਕਾਂ ਤੋਂ ਅਮਰੀਕਾ ਆਉਣ ਲਈ ਆਪਣੀਆਂ ਜ਼ਮੀਨੀ ਅਤੇ ਹਵਾਈ ਸਰਹੱਦਾਂ ਖੋਲ੍ਹ ਦਿੱਤੀਆਂ। ਇਹ ਪਾਬੰਦੀਆਂ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਲਈ ਖੁੱਲ੍ਹੀਆਂ ਗਈਆਂ ਹਨ, ਜਿਸ ਨਾਲ ਚਿਰਾਂ ਤੋਂ ਆਪਣਿਆਂ ਨੂੰ ਮਿਲਣ ਲਈ ਤਰਸ ਰਹੇ ਲੋਕਾਂ ਦੀ ਅੱਜ ਖੁਆਇਸ਼ ਪੂਰੀ ਹੋਈ। ਕਰੋਨਾ ਮਹਾਮਾਰੀ ਕਾਰਨ ਪਿਛਲੇ 20 ਮਹੀਨਿਆਂ ਤੋਂ ਸਰਹੱਦਾਂ ਅਤੇ ਦੂਜੇ ਮੁਲਕਾਂ ਤੋਂ ਜਹਾਜ਼ਾਂ ਦੀ ਆਵਾਜਾਈ ਬੰਦ ਹੋਣ ਨਾਲ ਆਪਣਿਆਂ ਨੂੰ ਮਿਲਣ ਲਈ ਤਰਸ ਰਹੇ ਸਨ। ਅੱਜ ਅਮਰੀਕਾ ਦੇ ਵੱਖ-ਵੱਖ ਹਵਾਈ ਅੱਡਿਆਂ ਤੇ ਜਦੋਂ ਤਕਰੀਬਨ 20 ਮਹੀਨਿਆਂ ਬਾਅਦ ਆਪਣੇ ਧੀਆਂ ਪੁੱਤਰਾਂ, ਮਾਂ-ਬਾਪ ਅਤੇ ਹੋਰ ਨੇੜਲੇ ਰਿਸ਼ਤੇਦਾਰਾਂ ਨੂੰ ਮਿਲੇ ਤਾਂ ਦ੍ਰਿਸ਼ ਬਹੁਤ ਹੀ ਭਾਵੁਕ ਸੀ। ਕਰੋਨਾ ਕਾਰਨ ਇਨ੍ਹਾਂ ਪਾਬੰਦੀਆਂ ਨਾਲ ਭਾਰਤ, ਚੀਨ, ਮੈਕਸੀਕੋ, ਕੈਨੇਡਾ, ਯੂਰਪ, ਇੰਗਲੈਂਡ ਅਤੇ ਬ੍ਰਾਜ਼ੀਲ ਸਭ ਤੋਂ ਵੱਧ ਪ੍ਰਭਾਵਿਤ ਹੋਏ। ਅੱਜ ਸਿਆਟਲ ਹਵਾਈ ਅੱਡੇ ਤੇ 20 ਮਹੀਨਿਆਂ ਬਾਅਦ ਪਹੁੰਚੀ ਇੱਕ 76 ਸਾਲਾ ਐਲਸਿਨ ਲੇਨਾ ਔਰਤ ਨੇ ਮੀਡੀਆ ਨੂੰ ਦੱਸਿਆ ਕਿ ਉਹ ਇੱਥੇ ਰਹਿੰਦੇ ਆਪਣੇ ਪੁੱਤਰ ਨੂੰ ਮਿਲਣ ਲਈ ਤਰਸ ਗਈ ਸੀ ਅਤੇ ਅੱਜ ਆਪਣੇ ਪੁੱਤਰ ਨੂੰ ਮਿਲ ਕੇ ਉਸ ਨੂੰ ਪੂਰਾ ਸਕੂਨ ਮਿਲਿਆ ਹੈ। ਮਾਲਵਾ ਕਲਚਰਲ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੰਡੀਗੜ੍ਹ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੀ ਸਰਪ੍ਰਸਤੀ ਹੇਠ ਮਾਲਵਾ ਆਰਟ ਐਂਡ ਕਲਚਰਲ ਸੁਸਾਇਟੀ ਦੇ ਮੋਹਾਲੀ ਦੇ ਸਹਿਯੋਗ ਨਾਲ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਮੋਹ ਮਾਲਵੇ ਦਾ 2021 ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਲੋਕ ਗੀਤ, ਹੇਕਾਂ ਵਾਲੇ ਗੀਤ, ਗਿੱਧਾ, ਲੁੱਡੀ, ਝੂਮਰ ਅਤੇ ਮਲਵਈ ਗਿੱਧਾ ਦਾ ਪ੍ਰਦਰਸ਼ਨ ਕੀਤਾ ਗਿਆ। ਸੈਕਟਰ 16 ਚੰਡੀਗੜ੍ਹ ਸਥਿਤ ਪੰਜਾਬ ਕਲਾ ਭਵਨ ਵਿੱਚ ਕਰਵਾਏ ਇਸ ਸੰਗੀਤਕ ਸ਼ਾਮ ਦਾ ਦਰਸ਼ਕਾਂ ਨੇ ਖੂਬ ਆਨੰਦ ਲਿਆ। ਪ੍ਰਧਾਨ ਕਮਲ ਸ਼ਰਮਾ, ਸਕੱਤਰ ਜਨਰਲ ਜਗਜੀਤ ਸਿੰਘ ਸ਼ੇਰਗਿੱਲ ਤੇ ਕਨਵੀਨਰ ਕਲਚਰ ਰਣਜੀਤ ਸਿੰਘ ਮਾਨ ਨੇ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਵੀ ਕਿਹਾ। ਇਸ ਖਾਸ ਸ਼ਾਮ ਵਿੱਚ ਬਤੌਰ ਮੁੱਖ ਮਹਿਮਾਨ ਹਰਸੁਖਵਿੰਦਰ ਸਿੰਘ ਬੱਬੀ ਬਾਦਲ ਹਾਜ਼ਰ ਹੋਏ। ਇਸ ਖਾਸ ਮੌਕੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਸਿੰਘ ਧਾਲੀਵਾਲ ਤੇ ਸਕੱਤਰ ਪ੍ਰੀਤਮ ਸਿੰਘ ਰੁਪਾਲ ਵੀ ਹਾਜ਼ਰ ਸਨ। ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਸਰਹੱਦੀ ਕਸਬਾ ਮਾੜੀ ਮੇਗਾ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਬੱਬੂ ਮਾੜੀ ਮੇਗਾ ਦੇ ਭਰਾ ਜੈਮਲ ਸਿੰਘ ਨੇ ਆਪਣੇ ਆਪ ਨੂੰ ਅਤੇ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੋਲੀ ਲੱਗਣ ਨਾਲ ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਜੈਮਲ ਸਿੰਘ ਨੂੰ ਭਿੱਖੀਵਿੰਡ ਦੇ ਡਾਕਟਰ ਵਿਜੇ ਧਾਬਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਦੀ ਅਣਗਹਿਲੀ ਦੇਖਣ ਨੂੰ ਮਿਲੇ, ਜਿੱਥੇ ਜੈਮਲ ਸਿੰਘ ਨੂੰ ਕਰੀਬ 1 ਘੰਟਾ ਮੁੱਢਲੀ ਸਹਾਇਤਾ ਨਾ ਮਿਲਣ ਕਾਰਨ ਜੈਮਲ ਸਿੰਘ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਜੈਮਲ ਸਿੰਘ ਪੁੱਤਰ ਕਰਤਾਰ ਸਿੰਘ ਦੀ ਪਤਨੀ ਹਰਜੀਤ ਕੌਰ ਜੋ ਕਿ ਸੀਰੀਅਸ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਕਿਸੇ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਮਾੜੀ ਮੇਗਾ ਵਿਖੇ ਵਾਪਰੀ ਇਸ ਮੰਦਭਾਗੀ ਘਟਨਾ ਕਾਰਨ ਸਮੂਹ ਇਲਾਕੇ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਂਦੇ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚੇ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ। ਮੋਗਾ ਪੁਲਿਸ ਨੇ ਵਾਹਨ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਚੋਰੀ ਦੇ 10 ਮੋਟਰਸਾਈਕਲ ਕੀਤੇ ਬਰਾਮਦ। ਤੇਲ ਨਾਲ ਭਰੇ ਟੈਂਕਰ ਅਤੇ ਕਾਰ ਦੀ ਜ਼ਬਰਦਸਤ ਟੱਕਰ ਵਿੱਚ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ, 2 ਦੀ ਹਾਲਤ ਗੰਭੀਰ, ਜ਼ਖਮੀਆਂ ਵਿੱਚ ਇੱਕ ਔਰਤ ਵੀ ਸ਼ਾਮਿਲ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸਰਪੰਚ ਬੱਬੂ ਮਾੜੀ ਮੇਗਾ ਦੇ ਭਰਾ ਨੇ ਆਪਣੇ ਆਪ ਨੂੰ ਅਤੇ ਆਪਣੀ ਪਤਨੀ ਨੂੰ ਮਾਰੀ ਗੋਲੀ, ਜੈਮਲ ਸਿੰਘ ਮਾੜੀ ਮੇਗਾ ਦੀ ਹੋਈ ਮੌਤ, ਪਤਨੀ ਸੀਰੀਅਸ।
ਅੰਮ੍ਰਿਤਸਰ ਵਿੱਚ ਰੇਲ ਗੱਡੀ 'ਚ 1 ਮਹੀਨੇ ਦੀ ਬੱਚੀ ਸੁੱਟ ਕੇ ਹੋਇਆ ਅਗਿਆਤ ਸ਼ਖਸ ਫਰਾਰ। ਅਤੇ ਨਹੀਂ ਮਿਲ ਰਹੀ ਕਿਸਾਨਾਂ ਨੂੰ ਖਾਦ, ਕੇਂਦਰਾਂ ਸਾਹਮਣੇ ਲੱਗੀਆਂ ਲੰਬੀਆਂ ਕਤਾਰਾਂ। ਦੋਸਤੋ, ਇਸ ਸੁਣਾਈ ਦੀਆਂ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ। ਤਦ ਤੱਕ ਲਈ ਸਾਨੂੰ ਦੋਹਾਂ ਨੂੰ ਇਜਾਜ਼ਤ ਦਿਓ। ਰੱਬ ਰਾਖਾ। ਰੱਬ ਰਾਖਾ।